ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ। ਸੋ ਨਵਾਂ ਸਾਲ ਚੜ ਚੁੱਕਿਆ, 2022 ਆ ਚੁੱਕਿਆ, ਜਨਵਰੀ ਦਾ ਮਹੀਨਾ ਆ। ਜਿਹੇ ਦੇ ਵਿੱਚ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਕੀ ਹਲਚਲ ਦੇਖਣ ਨੂੰ ਮਿਲ ਰਹੀ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਪਰ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਵਿੱਚ ਕੋਵਿਡ ਦੇ ਕਰਕੇ ਕਾਫੀ ਰਿਸਟ੍ਰਿਕਸ਼ਨਸ ਅਲੱਗ-ਅਲੱਗ ਪ੍ਰੋਵਿੰਸਸ ਦੇ ਵਿੱਚ ਲੱਗ ਚੁੱਕੀਆਂ ਨੇ, ਇਮੀਗ੍ਰੇਸ਼ਨ ਤੇ ਇਸ ਦਾ ਕੀ ਇਫੈਕਟ ਪੈ ਰਿਹਾ, ਇਹਦੇ ਬਾਰੇ ਗੱਲ ਕਰਾਂਗੇ। ਤੇ ਨਾਲ ਦੀ ਨਾਲ ਕੈਨੇਡਾ ਵਿੱਚ ਇੱਕ ਨਵਾਂ ਬਿਜ਼ਨਸ ਪ੍ਰੋਗਰਾਮ ਹੈ ਜਿਹੜਾ ਇੰਟਰਾ ਕੰਪਨੀ ਟ੍ਰਾਂਸਫਰ ਪ੍ਰੋਗਰਾਮ, ਇਹਦੇ ਬਾਰੇ ਜਾਣਕਾਰੀ ਜ਼ਰੂਰ ਲਵਾਂਗੇ, ਕਿਉਂਕਿ ਅੱਜ ਕੱਲ ਇਹ ਪ੍ਰੋਗਰਾਮ ਦੇ ਕਾਫੀ ਜ਼ਿਆਦਾ ਚਰਚੇ ਹੋ ਰਹੇ ਨੇ, ਜਿਹਦੇ ਨਾਲ ਤੁਸੀਂ ਇੱਥੇ ਆ ਕੇ ਪੀਆਰ ਹੋ ਸਕਦੇ ਹੋ ਵਿਦ ਫੈਮਿਲੀ। ਸੋ ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਇਹ ਪ੍ਰੋਗਰਾਮ ਹੈ, ਕਿਸ ਤਰੀਕੇ ਨਾਲ ਇਸ ਪ੍ਰੋਗਰਾਮ ਲਈ ਕੁਆਲੀਫਾਈ ਕੀਤਾ ਜਾ ਸਕਦਾ ਹੈ ਤੇ ਕਿ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹੋ। ਸੋ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਤੁਹਾਨੂੰ ਤੇ ਸਾਰੇ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਐਨਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ, ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ। ਸਰ ਕੀ ਹਾਲ ਚਾਲ ਨੇ? ਆਲ ਗੁੱਡ ਤਰਨ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ। ਤੁਹਾਨੂੰ ਵੀ ਸਰ ਬਹੁਤ-ਬਹੁਤ ਮੁਬਾਰਕਾਂ। ਪਰ ਨਵੇਂ ਸਾਲ ਦੇ ਵਿੱਚ ਰਿਸਟ੍ਰਿਕਸ਼ਨਸ ਇੱਕ ਵਾਰ ਫਿਰ ਤੋਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸੋ ਨਵੇਂ ਸਾਲ 'ਚ ਟੀਚਰ ਰੱਖਿਆ ਜਾ ਰਿਹਾ ਸੀ 4,11,000 ਐਪਲੀਕੇਸ਼ਨਸ ਦਾ, ਪਿਛਲਾ ਲੱਕੀਲੀ ਪੂਰਾ ਹੋ ਚੁੱਕਿਆ ਵਾ। ਸੋ ਜੇ ਹੁਣ ਦੀ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਕਿਹਾ ਗਿਆ ਸੀ 1 ਜਨਵਰੀ ਤੋਂ ਜਿਹੜੀਆਂ ਨੇ ਕੇਅਰ ਗਿਵਰਸ ਦੀਆਂ ਫਾਈਲਸ ਲੈਣੀਆਂ ਸ਼ੁਰੂ ਹੋ ਜਾਣਗੀਆਂ। ਸੋ ਕੀ ਉਹ ਸ਼ੁਰੂ ਹੋ ਗਈਆਂ ਨੇ ਜਾਂ ਫਿਰ ਇਸ ਵਕਤ ਰਿਸਟ੍ਰਿਕਸ਼ਨਸ ਦੇ ਕਰਕੇ ਉਹਦੇ ਵਿੱਚ ਵੀ ਕੋਈ ਅੜਿੱਕਾ ਆਇਆ? ਤਰਨ, ਐਪਲੀਕੇਸ਼ਨਸ ਇਸ ਟਾਈਮ ਐਕਸੈਪਟ ਕੀਤੀਆਂ ਜਾ ਰਹੀਆਂ ਜੀ, ਐਂਡ ਨੈਨੀ ਦੀਆਂ ਚਾਈਲਡ ਕੇਅਰ ਦੇ ਵਿੱਚ ਅਸੀਂ ਐਪਲੀਕੇਸ਼ਨਸ ਕਹਿ ਰਹੇ ਸੀਗੇ, ਅਸੀਂ ਹੋਮ ਕੇਅਰ ਦੇ ਵਿੱਚ ਕਹਿ ਰਹੇ ਸੀਗੇ। ਸੋ ਉਹ ਸਾਰੀਆਂ ਐਪਲੀਕੇਸ਼ਨ ਅੱਜ ਦੀ ਤਰੀਕ ਦੇ ਵਿੱਚ ਐਕਸੈਪਟ ਹੋ ਰਹੀਆਂ ਹੈਗੀਆਂ। ਸੋ ਫਰੋਮ ਜਨਵਰੀ 1 ਉਹ ਐਪਲੀਕੇਸ਼ਨਸ ਦਾ ਕੋਟਾ ਦੁਬਾਰਾ ਸ਼ੁਰੂ ਹੋ ਗਿਆ। ਸੋ 2750 ਐਪਲੀਕੇਸ਼ਨਸ ਦੋਨੋਂ ਸਟਰੀਮ ਦੇ ਵਿੱਚ ਦਿੱਤੀ ਜਾਣੀਆਂ। ਸੋ 2750 ਚਾਈਲਡ ਕੇਅਰ ਦੇ ਵਿੱਚ ਐਂਡ 2750 ਹੋਮ ਕੇਅਰ ਹੋਮ ਸਪੋਰਟ ਦੇ ਵਿੱਚ। ਸੋ ਜਿਹੜੇ ਵੀ ਦੋਸਤ, ਜਿਹੜੇ ਵੀ ਐਪਲੀਕੈਂਟ ਸਾਨੂੰ ਦੇਖ ਰਹੇ ਨੇ, ਸਾਨੂੰ ਸੁਣ ਰਹੇ ਨੇ, ਜੇ ਇਸ ਪ੍ਰੋਗਰਾਮ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ, ਦੇ ਸ਼ੁੱਡ ਬੀ ਰੈਡੀ ਫॉर देयर ਐਪਲੀਕੇਸ਼ਨਸ, ਬਿਕੋਜ਼ ਆ ਬਹੁਤੀ ਦੇਰ ਚੱਲਣ ਵਾਲੀਆਂ ਨਹੀਂ ਹੈਗੀਆਂ। 2750 ਬੜੀ ਜਲਦੀ ਹੋ ਸਕਦਾ ਸਾਨੂੰ ਅਗਲੇ 2-3 ਹਫ਼ਤਿਆਂ ਦੇ ਵਿੱਚ ਹੀ ਨਿਊਜ਼ ਆ ਜਾਵੇ ਕਿ ਚਾਈਲਡ ਕੇਅਰ ਦੇ ਵਿੱਚ ਜਿਹੜਾ ਕੋਟਾ ਸੀਗਾ ਉਹ ਪੂਰਾ ਹੋ ਗਿਆ ਹੈਗਾ। ਸੋ ਥੋੜਾ ਜਿਹਾ ਟਾਈਮ ਹੈਗਾ ਆ, ਬਟ ਜਿਨ੍ਹਾਂ ਨੇ ਐਪਲੀਕੇਸ਼ਨਸ ਤਿਆਰ ਕੀਤੀਆਂ, ਦੇ ਸ਼ੁੱਡ ਬੀ ਪੁਟਿੰਗ ਇਟ ਇਨ ਨਾਓ। ਬਿਲਕੁਲ ਸਰ। ਤੇ ਨਾਲ ਦੀ ਨਾਲ ਇਹ ਵੀ ਸੁਣਨ ਦੇ ਵਿੱਚ ਆਇਆ, ਕਾਫੀ ਨਿਊਜ਼ ਦੇ ਵਿੱਚ ਵੀ ਹਾਈਲਾਈਟ ਹੋਇਆ ਕਿ ਪੈਂਡੈਮਿਕ ਦੇ ਕਰਕੇ ਬਾਕੀ ਇਮੀਗ੍ਰੇਸ਼ਨ ਦੇ ਪ੍ਰੋਸੈਸ ਦੇ ਵਿੱਚ ਵੀ ਫਿਰ ਇੱਕ ਵਾਰ ਡਿਲੇ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ, ਚਾਹੇ ਉਹ ਟੂਰਿਸਟ ਵੀਜ਼ੇ ਦੀਆਂ ਐਪਲੀਕੇਸ਼ਨਸ ਹੋਣ ਜਾਂ ਫਿਰ ਖਾਸ ਤੌਰ ਤੇ ਸਟੱਡੀ ਵੀਜ਼ਾ ਦੀਆਂ, ਜਿਹੜੀ ਇਸ ਵਕਤ ਸਪੈਸ਼ਲੀ ਇੰਡੀਆ ਤੋਂ ਜਾਂ ਪਾਕਿਸਤਾਨ ਵਰਗੇ ਕੰਟਰੀਜ਼ ਤੋਂ ਜੋ ਸਟੂਡੈਂਟਸ ਲਗਾ ਰਹੇ ਨੇ ਕੈਨੇਡਾ ਲਈ ਫਾਈਲਸ। ਤਰਨ, ਜਿਸ ਤਰ੍ਹਾਂ ਓਮਿਕਰੋਨ ਦੇ ਕੇਸਿਸ ਵਧਣੇ ਸ਼ੁਰੂ ਹੋ ਗਏ ਨੇ, ਇਟ ਇਜ਼ ਅ ਬਿਗ ਸੈਟਬੈਕ, ਐਂਡ ਇਹ ਕਾਫੀ ਚੀਜ਼ਾਂ ਨੂੰ ਬੇਸਿਕਲੀ ਡਿਲੇ ਕਰੇਗਾ। ਐਂਡ ਜੇ ਇਹ ਲੋਕਡਾਊਨ ਵਾਲੇ ਪਾਸੇ ਜਿਸ ਤਰ੍ਹਾਂ ਕੇਸਿਸ ਵੱਧ ਰਹੇ ਨੇ, ਜੇ ਇਹ ਕੰਟਰੋਲ 'ਚ ਨਹੀਂ ਆਉਂਦੇ ਐਂਡ ਲੋਕਡਾਊਨ ਵਾਲੇ ਪਾਸੇ ਜਾਂਦੇ ਆ, ਤੇ ਅਗੇਨ ਇਮੀਗ੍ਰੇਸ਼ਨ ਸਿਸਟਮ ਬਾਹਰੋਂ ਜਿਹੜਾ ਐਪਲੀਕੈਂਟਸ ਆ ਰਹੇ ਸੀਗੇ ਉਹ ਫਿਰ ਇੱਕ ਰੁਕਾਵਟ ਰੁਕ ਜਾਏਗਾ, ਇੱਕ ਥਲ ਪੈ ਜਾਏਗੀ। ਐਂਡ ਆਈ ਥਿੰਕ ਇਟ ਇਜ਼ ਨਾਟ ਅ ਗੁੱਡ ਸਿਚੁਏਸ਼ਨ ਫॉर ਐਨੀਬਡੀ ਐਂਡ ਨੋਬਡੀ ਵਾਂਟਸ। ਐਂਡ ਉਸ ਤੋਂ ਬਾਅਦ ਤਰਨ ਇੱਕ ਹੋਰ ਦੇਖੋ ਕਿ ਇੱਕ ਹੋਰ ਨਵਾਂ ਫਰਾਂਸ ਦਾ ਵੀ ਇੱਕ IHF ਵੇਰੀਐਂਟ ਹੈਗਾ, ਜਿਹੜਾ ਕਿਹਾ ਜਾ ਰਿਹਾ ਕਿ ਹੋਰ ਘਾਤਕ ਹੈਗਾ। ਬਸ ਇਹ ਮੈਂ ਇੱਕੋ ਹੀ ਚੀਜ਼ ਕਹੂੰਗਾ ਜੀ, ਜਿੰਨੇ ਵੀ ਲਿਸਨਰਸ ਹੈਗੇ ਨੇ, ਜਿੰਨੇ ਵਿਊਅਰਸ ਹੈਗੇ ਨੇ, ਕਿ ਆਪ ਸੇਫ ਰਹੋ, ਆਪਣੇ ਆਸ-ਪਾਸ ਵਾਲੇ ਦੋਸਤਾਂ ਨੂੰ ਸੇਫ ਰੱਖੋ, ਆਪਣੇ ਪਰਹੇਜ਼ ਜਿੰਨਾ ਕਰ ਸਕਦੇ ਹੋ ਉਹ ਕਰੋ, ਐਂਡ ਲੈਟ ਅਸ ਸੀ ਐਂਡ ਪ੍ਰੇ ਕਿ ਸਭ ਕੁਝ ਚੰਗਾ ਹੀ ਹੋਵੇ। ਦਿਸ ਈਅਰ ਇਜ਼ ਗੋਇੰਗ ਟੂ ਬੀ ਅ ਅਮੇਜ਼ਿੰਗ ਈਅਰ। ਚਰਨ, ਜਿਸ ਤਰ੍ਹਾਂ ਤੁਸੀਂ ਕਿਹਾ ਕਿ 4,11,000 ਦਾ ਕੋਟਾ ਓਨਟਾਰੀਓ ਨੇ, ਕੈਨੇਡਾ ਨੇ ਰੱਖਿਆ ਹੋਇਆ ਫॉर 2022। ਪਿਛਲੇ ਸਾਲ ਦੇ ਟਾਰਗੇਟ ਅਚੀਵ ਹੋਣ ਤੋਂ ਬਾਅਦ ਉਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈਗੀ ਕਿ ਉਹ ਅਚੀਵ ਕਰ ਲਿੱਤਾ ਜਾਏਗਾ। ਐਂਡ 4,11,000 ਤੋਂ ਜ਼ਿਆਦਾ ਹੀ ਐਪਲੀਕੈਂਟਸ ਇਸ ਵਾਰ ਲਿੱਤੇ ਜਾਣਗੇ, ਐਂਡ ਆਈ ਥਿੰਕ ਡੋਂਟ ਥਿੰਕ ਸੋ ਕਿ ਉਹਦੇ ਵਿੱਚ ਕੋਈ ਵੀ ਦੋ ਰਾਏ ਹੋਣੀ ਚਾਹੀਦੀ ਹੈ। ਮੈਂ ਬਾਕੀ ਦੇ ਵੀ ਜ਼ਰੂਰ ਮੁੱਦਿਆਂ ਦੇ ਉੱਤੇ ਆਉਂਗੀ ਕਿ ਕਾਫੀ ਸਾਨੂੰ, ਕਿਉਂਕਿ ਇਮੀਗ੍ਰੇਸ਼ਨ ਨਾਲ ਰੈਲੇਵੈਂਟ ਕੁਐਸਚਨਸ ਸਾਨੂੰ ਕਾਫੀ ਆ ਰਹੇ ਨੇ, ਆਪਾਂ ਨੂੰ ਪ੍ਰੋਗਰਾਮਸ ਦੇ ਨੀਚੇ ਵੀ ਕੁਐਸਚਨਸ ਆਉਂਦੇ ਨੇ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਮੈਂ ਉਹਦੇ ਬਾਰੇ ਵੀ ਗੱਲਬਾਤ ਕਰੂੰਗੀ। ਪਹਿਲਾਂ ਅੱਜ ਆਪਾਂ ਖਾਸ ਇੱਕ IT ਪ੍ਰੋਗਰਾਮ ਦੇ ਬਾਰੇ ਗੱਲ ਕਰਦੇ ਹਾਂ, ਇੰਟਰਾ ਕੰਪਨੀ ਟ੍ਰਾਂਸਫਰ ਪ੍ਰੋਗਰਾਮ, ICT, ਰਾਈਟ? ਇਹ ਪ੍ਰੋਗਰਾਮ ਅੱਜ ਕੱਲ੍ਹ ਕਾਫੀ ਜ਼ਿਆਦਾ ਚਰਚਾ 'ਚ ਚੱਲ ਰਿਹਾ ਹੈ। ਇਹ ਪ੍ਰੋਗਰਾਮ ਕਿਹੜਾ ਹੈ ਸਰ? ਕੀ ਪ੍ਰੋਗਰਾਮ ਹੈ ਇਹ? ਤਰਨ, ਇਹ ਬੇਸਿਕਲੀ LMIA ਐਗਜ਼ੈਂਪਟ ਵਰਕ ਪਰਮਿਟ ਹੈਗਾ। ਹਾਂਜੀ, ਇਹਦੇ ਵਿੱਚ ਕੰਪਨੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ LMIA ਲੈਣ ਦੀ ਲੋੜ ਨਹੀਂ ਹੈ, ਐਪਲੀਕੈਂਟ ਨੂੰ LMIA ਲੈਣ ਦੀ ਲੋੜ ਨਹੀਂ ਹੈਗੀ। ਸੋ ਹੁਣ ਬੇਸਿਕਲੀ ਇਹਦੇ ਵਿੱਚ ਕੌਣ ਕੁਆਲੀਫਾਈ ਹੋ ਸਕਦਾ? ਇੰਟਰਾ ਕੰਪਨੀ, ਇਹਨੂੰ ਦੋ ਤਰੀਕੇ ਨਾਲ ਦੇਖਿਆ ਜਾ ਸਕਦਾ। ਇਹ ਬਿਜ਼ਨਸਮੈਨ ਵਾਸਤੇ ਵੀ ਹੋ ਸਕਦਾ ਹੈਗਾ, ਐਂਟਰਪ੍ਰੀਨਿਓਰਸ ਵਾਸਤੇ ਵੀ ਹੋ ਸਕਦਾ, ਉਹਨਾਂ ਦੇ ਵਰਕਰਸ ਵਾਸਤੇ ਵੀ ਹੋ ਸਕਦਾ। ਹੁਣ ਜਿੰਨੀਆਂ ਵੀ ਵੱਡੀ ਕੰਪਨੀਜ਼ ਤਰਨ ਜੀ ਇੱਥੇ ਬੈਠੀਆਂ ਹੈਗੀਆਂ ਨੇ IT ਦੇ ਵਿੱਚ, ਅਸੀਂ ਗੱਲ ਕਰੀਏ, ਜਾਂ ਈਵਨ ਹੌਸਪਿਟੈਲਿਟੀ ਦੇ ਵਿੱਚ, ਜਿਹੜੇ ਇੱਥੇ ਆ ਕੇ, ਜਿਸ ਤਰ੍ਹਾਂ ਇਨਫੋਸਿਸ ਹੈਗੇ ਨੇ,
ਉਹ ਆਪਣੇ ਵਰਕਰਸ ਨੂੰ ਇੰਡੀਆ ਤੋਂ ਭੇਜਦੇ ਨੇ ਇੱਥੇ ਕੰਮ ਕਰਨ ਵਾਸਤੇ। ਸੋ ਉਹ ਜਿਹੜੇ EMPLOYEES ਟਰੈਵਲ ਕਰਦੇ ਨੇ ਉਹ ਐਸੇ ਇੰਟਰਾ ਕੰਪਨੀ ਟ੍ਰਾਂਸਫਰੀ ਦੇ ਉੱਤੇ ਟਰੈਵਲ ਕਰਦੇ ਨੇ। ਸੋ ਇਹਦੇ ਵਿੱਚ ਉਹਨਾਂ ਨੂੰ LMIA ਲੈਣ ਦੀ ਲੋੜ ਨਹੀਂ ਹੁੰਦੀ। ਦੇ ਵਿਲ ਕਮ ਐਂਡ ਸਟ੍ਰੇਟ ਸਟਾਰਟ ਵਰਕਿੰਗ ਔਨ ਦ ਪ੍ਰੋਜੈਕਟਸ ਜਿਹੜੀ ਕੰਪਨੀ ਦੇ ਕੋਲ ਮਿਲੇ ਹੋਏ ਨੇ। ਸੋ ਦਿਸ ਇਜ਼ ਅ ਵੈਰੀ ਗੁੱਡ ਵੀਜ਼ਾ। ਨਾਲ ਦੀ ਨਾਲ ਇਹਦਾ ਐਂਟਰਪ੍ਰੀਨਿਓਰਸ ਕਿਸ ਤਰ੍ਹਾਂ ਫਾਇਦਾ ਲੈ ਸਕਦੇ ਨੇ? ਤਰਨ ਜੀ, ਜਿਹੜੇ ਵੀ ਐਂਟਰਪ੍ਰੀਨਿਓਰ, ਜਿਹੜੇ ਵੀ ਬਿਜ਼ਨਸਮੈਨ ਸਾਨੂੰ ਸੁਣ ਰਹੇ ਨੇ, ਜੇ ਤੁਸੀਂ ਆਪਣਾ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ, ਤੇ ਇੰਟਰਾ ਕੰਪਨੀ ਇਜ਼ ਵਨ ਵੀਜ਼ਾ ਜਿਹਦਾ ਤੁਸੀਂ ਫਾਇਦਾ ਲੈ ਸਕਦੇ ਹੈਗੇ ਹੋ। ਇਹਦੇ ਵਿੱਚ ਤਰਨ ਜੀ ਬਿਨਾ LMIA ਲਿੱਤੇ ਬਿਜ਼ਨਸਮੈਨ ਆਪ ਵੀ ਆ ਸਕਦਾ ਹੈਗਾ, ਆਪਣੇ EMPLOYEES ਨੂੰ ਲੈ ਕੇ ਆ ਕੇ ਇੱਥੇ ਬਿਜ਼ਨਸ ਸੈਟਅਪ ਕਰ ਸਕਦੇ ਨੇ ਐਂਡ ਐਕਸਪੈਂਡ ਕਰ ਸਕਦੇ ਨੇ। ਸੋ ਇਸ ਵੀਜ਼ੇ ਦੇ ਵਿੱਚ ਕਾਫੀ ਸਾਰੀਆਂ ਦੇਰ ਇਜ਼ ਲੋਟ ਆਫ ਥਿੰਗਸ ਹਿਡਨ ਇਨਸਾਈਡ। ਓਨਲੀ ਥਿੰਗ ਇਜ਼ ਤੁਹਾਡੇ ਕੰਸਲਟੈਂਟ, ਤੁਹਾਡੇ ਲਾਇਰ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਸ ਤਰ੍ਹਾਂ ਇਸ ਐਪਲੀਕੇਸ਼ਨ ਨੂੰ ਪੁੱਟ ਅਪ ਕਰਨਾ ਹੈਗਾ। ਉਹਦੇ ਵਾਸਤੇ ਚਾਹੀਦਾ ਕੀ ਹੈਗਾ? ਅਸੀਂ ਕਹਿੰਦੇ ਕਿ ਭਾਈ ਤੁਹਾਡੇ ਕੋਲ 3 ਸਾਲ ਦੇ ਆਪਣੇ ਬੇਸਿਕ ਫਾਈਨੈਂਸ਼ੀਅਲ ਭੇਜਨੇ, ਸਾਨੂੰ ਸ਼ੇਅਰ ਕਰਨੇ ਹੈਗੇ ਨੇ। ਜੇ ਤੁਹਾਡਾ ਬਿਜ਼ਨਸ 3 ਸਾਲ ਤੋਂ ਚੱਲ ਰਿਹਾ ਹੈਗਾ, ਜਿਹੜਾ EMPLOYEE ਤੁਸੀਂ ਇੱਥੇ ਭੇਜਣਾ ਹੈਗਾ, ਜੇ ਆਪਣੀ ਐਪਲੀਕੇਸ਼ਨ ਐਜ਼ ਅ ਓਨਰ ਨਹੀਂ ਲਗਾਣੀ, ਕਿਸੇ EMPLOYEE ਦੀ ਲਗਾਣੀ, ਤੇ EMPLOYEE ਤੁਹਾਡੇ ਕੋਲ ਘੱਟੋ ਘੱਟ 1 ਸਾਲ ਤੋਂ ਸਟ੍ਰੇਟ ਕੰਮ ਕਰ ਰਿਹਾ ਹੋਣਾ ਚਾਹੀਦਾ। ਐਂਡ ਜੇ ਉਹ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਐਪਲੀਕੇਸ਼ਨ ਔਨ ਅ ਵਰਕ ਪਰਮਿਟ ਹੋ ਸਕਦੀ ਹੈ। ਇਹਦੇ ਵਿੱਚ ਤਰਨ ਜੀ ਜਿਹੜਾ ਇੱਕ ਹੋਰ ਚੀਜ਼ ਹੈਗੀ, ਇਹਦੇ ਵਿੱਚ ਜਿਹੜਾ ਪੁਆਇੰਟਸ ਹੈਗੇ ਨੇ ਜਿਹੜੇ ਤੁਸੀਂ ਕਲੇਮ ਕਰ ਸਕਦੇ ਹੋ LMIA ਦੇ, ਉਹ 200 ਪੁਆਇੰਟ ਵੀ ਹੋ ਸਕਦੇ ਨੇ, 50 ਪੁਆਇੰਟਸ ਦਾ ਵੀ ਫਾਇਦਾ ਹੋ ਸਕਦਾ ਹੈਗਾ। ਸੋ ਕਾਫੀ ਆਸਾਨੀ ਦੇ ਨਾਲ ਇਹਦੇ ਵਿੱਚ ਐਪਲੀਕੈਂਟ ਆ ਕੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਸਕਦੇ ਨੇ ਐਂਡ PR ਵਾਸਤੇ ਕੁਆਲੀਫਾਈ ਕਰ ਸਕਦੇ ਨੇ। ਕੁਆਲੀਫਿਕੇਸ਼ਨ ਲਈ ਕੀ ਸਾਨੂੰ ਸੇਮ ਹੀ ਬਿਜ਼ਨਸ ਦਿਖਾਉਣਾ ਪਏਗਾ ਜਿਹੜਾ ਅਸੀਂ ਬੈਕ ਹੋਮ ਕਰਦੇ ਸੀ, ਉਹੀ ਬਿਜ਼ਨਸ ਇੱਥੇ ਕੁਆਲੀਫਾਈ ਕਰਨਾ ਪਏਗਾ, ਜਾਂ ਅਸੀਂ ਡਿਫਰੈਂਟ ਫੀਲਡ ਵੀ ਚੂਜ਼ ਕਰ ਸਕਦੇ ਹਾਂ? ਤਰਨ ਜੀ, ਬੜਾ ਟੈਕਨੀਕਲ ਕੁਐਸਚਨ ਪੁੱਛਿਆ ਹੈਗਾ, ਬਟ ਐਕਚੁਅਲੀ ਇਹਦੇ ਵਿੱਚ ਕੋਈ ਵੀ ਇਨ ਰਾਈਟਿੰਗ ਡਿਟੇਲਸ ਨਹੀਂ ਹੈਗੀਆਂ ਇਮੀਗ੍ਰੇਸ਼ਨ ਐਂਡ ਰਿਫਿਊਜੀ ਵੱਲੋਂ ਕਿ ਤੁਸੀਂ ਸੇਮ ਬਿਜ਼ਨਸ ਹੀ ਕਰਨਾ ਹੈਗਾ। ਸੇਮ ਬਿਜ਼ਨਸ ਕਰੋਗੇ ਇਟ ਇਜ਼ ਆਲਵੇਜ਼ ਬੈਟਰ, ਬਟ ਜੇ ਤੁਸੀਂ ਡਿਫਰੈਂਟ ਬਿਜ਼ਨਸ ਦੇ ਵਿੱਚ ਵੀ ਜਾਂਦੇ ਹੋ ਤਾਂ ਵੀ ਤੁਸੀਂ ਕੁਆਲੀਫਾਈ ਕਰੋਗੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ। ਬਿਕੋਜ਼ ਐਜ਼ ਸੱਚ ਜੇ ਤੁਸੀਂ ਬੈਕ ਹੋਮ ਬਿਜ਼ਨਸ ਕਰ ਰਹੇ ਹੋ IT ਦਾ, ਇੱਥੇ ਆ ਕੇ ਕੁਝ ਹੋਰ ਐਸਟੈਬਲਿਸ਼ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੈਗੇ ਹੋ। ਜਿਹੜੇ ਸਾਡੇ ਟਾਰਗੇਟਸ ਅਸੀਂ IRCC ਨੂੰ ਉਸ ਟਾਈਮ ਸਬਮਿਟ ਕਰਵਾਉਣੇ ਆ, ਕੀ ਜ਼ਰੂਰੀ ਹੈ ਕਿ ਉਹ ਸਾਰੇ ਟਾਰਗੇਟਸ ਅਸੀਂ ਮੀਟ ਕਰਨੇ ਨੇ? ਟਾਰਗੇਟਸ ਮਤਲਬ ਜਿਸ ਤਰ੍ਹਾਂ ਤੁਸੀਂ ਬਿਜ਼ਨਸ ਐਪਲੀਕੇਸ਼ਨ ਵਾਸਤੇ ਪੁੱਟ ਅਪ ਕਰਦੇ ਹੋ, ਬਿਜ਼ਨਸ ਪਲਾਨ ਪੁੱਟ ਅਪ ਕਰਦੇ ਹੋ। ਤਰਨ ਜੀ, ਬਿਜ਼ਨਸ ਪਲਾਨ ਜਦੋਂ ਪੁੱਟ ਅਪ ਕੀਤਾ ਜਾਂਦਾ, ਓਕੇ ਹਾਂ, ਬਿਜ਼ਨਸ ਪਲਾਨ ਦੀ ਇਹਦੇ ਵਿੱਚ ਵੱਡੀ ਰਿਕੁਆਇਰਮੈਂਟ ਹੈਗੀ। ਜਦੋਂ ਫਸਟ ਟਾਈਮ ਐਪਲੀਕੇਸ਼ਨ ਲੱਗਣੀ ਹੈ ਐਪਲੀਕੈਂਟ ਦੀ, ਤੇ ਆਫੀਸਰ ਦੇਖਣਾ ਚਾਹੁੰਦਾ ਕਿ ਕੰਪਨੀ ਬੈਕ ਹੋਮ ਕੀ ਬਿਜ਼ਨਸ ਕਰ ਰਹੀ ਹੈ, ਕਿੰਨੇ EMPLOYEES ਹੈਗੇ ਨੇ, ਕਿੰਨੇ EMPLOYEES ਕਿੰਨੇ ਚਿਰ ਤੋਂ ਕੰਮ ਕਰ ਰਹੇ ਨੇ, ਕੰਪਨੀ ਦਾ ਰੈਵਨਿਊ ਕਿਸ ਤਰ੍ਹਾਂ ਦਾ ਹੈਗਾ, ਇੱਥੇ ਆ ਕੇ ਕੀ ਐਸਟੈਬਲਿਸ਼ ਕਰਨਾ ਚਾਹੁੰਦੇ। ਤੁਸੀਂ ਆਪਣੀ ਪ੍ਰੋਜੈਕਸ਼ਨਸ ਪੁੱਟ ਅਪ ਕਰਦੇ ਹੋ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ 1 ਸਾਲ ਦੇ ਵਿੱਚ ਇੰਨੀ ਸੇਲ ਕਰਨਾ ਚਾਹੁੰਦਾ, 2 ਸਾਲ ਦੇ ਵਿੱਚ ਇੰਨੀ ਸੇਲ ਕਰਨਾ ਮੈਂ ਐਕਸਪੈਕਟ ਕਰ ਰਿਹਾ, 3 ਸਾਲ 'ਚ ਇੰਨੀ ਐਸਟੈਬਲਿਸ਼ਮੈਂਟ ਐਕਸਪੈਕਟ ਕਰ ਰਹੇ, ਇੰਨੇ ਲੋਕ ਆ ਕੇ ਕੰਮ ਕਰਨਗੇ, ਮੇਰੇ ਕੋਲ ਜੁਆਇਨ ਕਰਨਗੇ। ਸੋ ਇਟ ਇਜ਼ ਨਾਟ ਕਿ ਤੁਸੀਂ ਬਿਜ਼ਨਸ ਪਲਾਨ ਤੇ ਜੋ ਚੀਜ਼ਾਂ ਲਿਖ ਕੇ ਦਿੱਤੀਆਂ ਉਹ ਮੀਟ ਹੀ ਕਰਨੀਆਂ ਹੈਗੀਆਂ। ਤੁਸੀਂ ਆਪਣੀ ਕੋਸ਼ਿਸ਼ ਜ਼ਰੂਰ ਕਰਨੀ ਹੈ ਮੀਟ ਕਰਨ ਦੀ। ਜੇ ਕਰਦੇ ਪਏ ਹੋ ਗ੍ਰੇਟ, ਜੇ ਨਹੀਂ ਕਰ ਸਕਦੇ ਦੈਟ ਇਜ਼ ਫਾਈਨ ਐਸ ਵੈਲ। ਸਰ, ਇਹਦੇ ਵਿੱਚ ਕੁਆਲੀਫਾਈ ਕਿਵੇਂ ਕੀਤਾ ਜਾ ਸਕਦਾ ਹੈ? ਕੀ ਰਿਕੁਆਇਰਮੈਂਟਸ ਹੁੰਦੀ ਹੈ? ਐਜੂਕੇਸ਼ਨ ਬੈਕਗ੍ਰਾਉਂਡ ਕੀ ਹੋਣਾ ਚਾਹੀਦਾ ਆ? ਆਇਲਸ ਦਾ ਕੀ ਸਕੋਰ ਹੋਣਾ ਚਾਹੀਦਾ? ਕੀ ਜ਼ਰੂਰੀ ਹੈ ਆਇਲਸ ਕਰਨੀ? ਤਰਨ ਜੀ, ਦਿਸ ਇਜ਼ ਵਨ ਵੀਜ਼ਾ ਜਿਹਦੇ ਵਿੱਚ ਆਇਲਟ ਦੀ ਰਿਕੁਆਇਰਮੈਂਟ ਐਸ ਸੱਚ ਨਹੀਂ ਹੈਗੀ ਵਰਕ ਪਰਮਿਟ ਲੈਣ ਤੱਕ। ਬਟ ਜਦੋਂ PR ਦੀ ਐਪਲੀਕੇਸ਼ਨ ਲਗਾਣੀ ਹੈਗੀ ਤਾਂ ਤੁਹਾਨੂੰ LMIA ਕਰਨਾ ਆਇਲਟਸ ਕਰਨਾ ਪੈਣਾ ਹੈਗਾ। ਸੋ ਬੇਸਿਕਲੀ ਐਜੂਕੇਸ਼ਨ ਦੀ ਵੀ ਕੋਈ ਐਸ ਸੱਚ ਰਿਕੁਆਇਰਮੈਂਟ ਨਹੀਂ ਹੈਗੀ। ਜੇ ਤੁਸੀਂ ਬੈਕ ਹੋਮ ਬਿਜ਼ਨਸ ਕਰ ਰਹੇ ਹੋ, ਤੁਸੀਂ ਐਸਟੈਬਲਿਸ਼ਡ ਹੈਗੇ ਉਸ ਬਿਜ਼ਨਸ ਦੇ ਵਿੱਚ, ਸੇਮ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦੇ ਹੋ, ਤਾਂ ਇਸ ਬਿਜ਼ਨਸ ਨੂੰ ਕੈਨੇਡਾ 'ਚ ਐਕਸਪੈਂਡ ਕਰਨ ਵਾਸਤੇ ICT ਦੀ ਐਜੂਕੇਸ਼ਨ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਬਟ ਐਜੂਕੇਸ਼ਨ ਦੀ ਰਿਕੁਆਇਰਮੈਂਟ ਤਾਂ ਕਿਕ ਇਨ ਕਰੇਗੀ ਜਦੋਂ ਤੁਸੀਂ PR ਦੀ ਐਪਲੀਕੇਸ਼ਨ ਆਪਣੀ ਪੁੱਟ ਫਾਰਵਰਡ ਕਰਨੀ ਹੈਗੀ। ਕਿੰਨਾ ਕੁ ਟਾਈਮ ਲੱਗਦਾ ਇਸ ਪੂਰੇ ਪ੍ਰੋਸੈਸ ਨੂੰ? ਤਰਨ ਜੀ, ਦਿਸ ਇਜ਼ ਅ ਵੈਰੀ ਫਾਸਟ ਪ੍ਰੋਗਰਾਮ। ਇਹਦਾ ਨਾਰਮਲ ਪ੍ਰੋਸੈਸਿੰਗ ਟਾਈਮ ਹੈਗਾ ਜੀ 4 ਤੋਂ 8 ਹਫ਼ਤਿਆਂ ਦਾ। ਸੋ 4 ਤੋਂ 8 ਹਫ਼ਤਿਆਂ ਦੇ ਵਿੱਚ ਐਪਲੀਕੇਸ਼ਨ ਤੁਹਾਡੀ ਪ੍ਰੋਸੈਸ ਹੋ ਸਕਦੀ ਹੈ। ਬਟ ਉਹਦੇ ਬੈਕਗਰਾਊਂਡ ਦੇ ਵਿੱਚ 3 ਤੋਂ 4 ਮਹੀਨੇ ਹੋਰ ਲੈ ਕੇ ਚਲੋ, ਬਿਕੋਜ਼ ਤੁਸੀਂ ਕੰਪਨੀ ਇੱਥੇ ਰਜਿਸਟਰ ਕਰਨੀ ਹੈਗੀ ਹੈ, ਤੁਸੀਂ ਇੱਥੇ ਆਪਣੇ ਅਕਾਊਂਟਸ ਖੋਲ੍ਹਣੇ ਨੇ, ਫੰਡਸ ਸ਼ੋ ਕਰਨੇ ਨੇ, ਬੈਕ ਹੋਮ ਦੇ ਸਾਰੀਆਂ ਡਿਟੇਲਸ ਸ਼ੇਅਰ ਕਰਨੀਆਂ ਹੈਗੀਆਂ। ਐਂਡ ਇੱਥੇ ਉਸ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਹੈ, ਤੁਹਾਡਾ ਬਿਜ਼ਨਸ ਪਲਾਨ ਬਣੇਗਾ। ਸੋ ਸਾਰੇ ਬੈਕਗਰਾਊਂਡ ਦੇ ਵਿੱਚ 2-3 ਮਹੀਨੇ ਹੋਰ ਲਗਾ ਕੇ ਚੱਲੋ। ਸੋ ਬੇਸਿਕਲੀ ਟੋਟਲ ਲੈਸ ਦੈਨ 6 ਮੰਥਸ ਦੇ ਵਿੱਚ, 4 to 6 ਮੰਥਸ ਦੇ ਵਿੱਚ ਇਹ ਸਾਰੀ ਐਪਲੀਕੇਸ਼ਨ ਤੁਹਾਡੀ ਪ੍ਰੋਸੈਸ ਹੋ ਸਕਦੀ ਹੈ। ਵਾਂਸ ਤੁਹਾਨੂੰ ਇਹ ਵੀਜ਼ਾ ਮਿਲ ਜਾਂਦਾ, ਕੀ ਤੁਸੀਂ ਐਲੀਜੀਬਲ ਹੁੰਦੇ ਹੋ ਕੈਨੇਡਾ ਦੇ ਵਿੱਚ ਕਿ ਅਸੀਂ ਕਿਸੇ ਹੋਰ ਦੇ ਨਾਲ ਵੀ ਕੰਮ ਕਰ ਸਕਦੇ ਹਾਂ, ਕਿਸੇ ਹੋਰ ਕੰਪਨੀ ਲਈ ਵੀ ਕੰਮ ਕਰ ਸਕਦੇ ਹਾਂ? ਬਿਲਕੁਲ, ਤੁਸੀਂ ਜਦੋਂ ਕੈਨੇਡਾ ਲੈਂਡ ਕਰ ਗਏ ਤੇ ਤੁਹਾਡੇ ਕੋਲ ਜਿਹੜਾ ਵੀਜ਼ਾ ਮਿਲਿਆ ਉਹ ਵਰਕ ਪਰਮਿਟ ਮਿਲਿਆ, ਬੌਂਡਡ ਹੈਗਾ ਤੁਹਾਡੀ ਕੰਪਨੀ ਦੇ ਨਾਲ। ਬਟ ਉਹ ਕੰਪਨੀ, ਜੇ ਤੁਹਾਡੀ ਕੰਪਨੀ ਕਿਸੇ ਹੋਰ ਕੰਪਨੀ ਦਾ ਕੰਟਰੈਕਟ ਲੈਂਦੀ ਹੈ ਤੇ ਉਸ ਕੰਪਨੀ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ। ਹਾਂ, ਜੇ ਤੁਸੀਂ ਕਹੋ ਕਿ ਮੈਂ ਜੌਬ ਕਿਸੇ ਹੋਰ ਕੰਪਨੀ ਨਾਲ ਕਰਨੀ, ਉਹ ਪੋਸੀਬਲ ਨਹੀਂ ਹੋਏਗਾ, ਬਿਕੋਜ਼ ਤੁਸੀਂ ਇਸ ਕੰਪਨੀ ਦਾ ਵੀਜ਼ਾ ਲੈ ਕੇ ਆਏ ਹੈਗੇ ਹੋ। ਐਂਡ ਜੇ EMPLOYEES ਵੀ ਤੁਹਾਡੇ ਆਣਗੇ, ਉਹ ਵੀ ਟੈਕਨੀਕਲੀ ਤੁਹਾਡੇ ਨਾਲ ਹੀ ਕੰਮ ਕਰਨਗੇ। ਜੇ ਤੁਸੀਂ ਉਹਨਾਂ ਨੇ ਕਿਸੇ ਹੋਰ ਕੰਪਨੀ ਦੇ ਵਿੱਚ ਸ਼ਿਫਟ ਕਰਨਾ ਹੈਗਾ ਜਾਂ ਮੂਵ ਕਰਨਾ ਹੈਗਾ, ਤੇ ਦੇ ਹੈਵ ਟੂ ਅਪਲਾਈ ਫॉर ਅ ਨਿਊ LMIA ਫॉर
or a new company has to apply for an intra company for them. ਤੁਸੀਂ EMPLOYEES ਦੀ ਗੱਲ ਕੀਤੀ ਆ ਤਾਂ EMPLOYEES ਨੂੰ ਜਦੋਂ ਵੇਜਿਸ ਪੇ ਕਰਨੇ ਆ ਤਾਂ ਉਹਦੇ ਵਿੱਚ ਕੀ ਜ਼ਰੂਰੀ ਹੈ ਕਿ ਕੈਨੇਡੀਅਨ ਕਰੰਸੀ ਹੋਣੀ ਚਾਹੀਦੀ ਹੈ ਜਾਂ ਜਿਹੜੀ ਬੈਕ ਹੋਮ ਦੇ ਵਿੱਚ ਜਿੱਥੇ ਉਹ ਹੈਗੇ ਨੇ ਉਹਦੇ ਵਿੱਚ ਵੀ ਅਸੀਂ ਉਹਨੂੰ ਪੇ ਕਰ ਸਕਦੇ ਹਾਂ? ਬਿਲਕੁਲ ਤਰਨ, ਇਹ ਵੀ ਟੈਕਨੀਕਲ ਕੁਐਸਚਨ ਹੈਗਾ। ਜਿਹੜੇ ਬੈਕ ਹੋਮ ਜਿਹੜੀ ਸੈਲਰੀ ਡਰਾ ਕਰ ਰਿਹਾ ਤੁਹਾਡਾ EMPLOYEE, ਉਹ ਸੇਮ ਸੈਲਰੀ ਕੰਟੀਨਿਊ ਹੋ ਸਕਦੀ ਹੈਗੀ ਹੈ। ਸੋ ਇਹਦੇ ਵਿੱਚ ਆ ਨਹੀਂ ਹੈਗੀ ਕਿ ਤੁਸੀਂ ਕੈਨੇਡੀਅਨ ਸੈਲਰੀ ਉਸ EMPLOYEE ਨੂੰ ਉਸ ਤਰ੍ਹਾਂ ਪ੍ਰੋਵਾਈਡ ਕਰਨੀ ਹੈਗੀ। ਐਸੇ ਕਰਕੇ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਹੈਗੀਆਂ, ਜਿਹੜੀ IT ਫਰਮਸ ਹੈਗੀਆਂ, ਜਿਹੜੀ ਕੈਨੇਡਾ ਦੇ ਵਿੱਚ ਐਸਟੈਬਲਿਸ਼ਡ ਹੈਗੀਆਂ, ਜਿਹੜੇ ਇਨਫਰਾਸਟ੍ਰਕਚਰ ਜਾਂ ਸਪੋਰਟ ਦਿੰਦੀਆਂ ਹੈਗੀਆਂ ਸਾਰੇ ਬਿਜ਼ਨੈਸਿਸ ਨੂੰ ਜਾਂ ਸਾਰੇ ਗਵਰਨਮੈਂਟ ਆਫਿਸਿਸ ਨੂੰ ਜਾਂ ਬੈਂਕਸ ਨੂੰ, ਉਹ ਦੇ ਆਰ ਪੇਇੰਗ ਸੈਲਰੀ ਇਨ ਇੰਡੀਅਨ ਕਰੰਸੀ ਟੂ them। ਸੋ ਇੱਥੇ ਆ ਕੇ ਉਹਨਾਂ ਦੇ EMPLOYEES ਕੰਮ ਕਰਦੇ ਨੇ। ਈਵਨ USA ਤੋਂ ਬਹੁਤ ਸਾਰੇ ਇੰਟਰਾ ਕੰਪਨੀਜ਼ ਆ ਕੇ ਕੈਨੇਡਾ ਕੰਮ ਕਰਦੇ ਨੇ ਐਂਡ ਦੇ ਵਰਕ ਫॉर ਡਿਫਰੈਂਟ ਪ੍ਰੋਜੈਕਟਸ ਫॉर ਦੋਜ਼ ਕੰਪਨੀਜ਼। ਬਟ ਉਹ ਸੈਲਰੀ ਜਿਹੜੀਆਂ ਹੈਗੀਆਂ ਉਹ ਬੈਕ ਹੋਮ ਜਿਹੜੀਆਂ ਡਰਾ ਕਰ ਰਹੇ ਸੀ ਉਹ ਸੇਮ ਸੈਲਰੀਜ਼ ਡਰਾ ਕਰ ਸਕਦੇ ਆ, ਉਹਨਾਂ ਨੂੰ ਕੈਨੇਡੀਅਨ ਸੈਲਰੀ ਦੇਣ ਦੀ ਲੋੜ ਨਹੀਂ ਹੈਗੀ। ਜੇ ਬਾਈ ਚਾਂਸ ਜਿਹੜੀ ਕੰਪਨੀ ਨਾਲ ਇੱਥੇ ਕੈਨੇਡਾ ਵਿੱਚ ਟਾਈ ਅਪ ਹੁੰਦਾ ਆ ਉਹ ਕੰਪਨੀ ਲਾਸ ਦੇ ਵਿੱਚ ਜਾ ਰਹੀ ਆ, ਕੀ ਇਹਦੇ ਨਾਲ ਕੋਈ ਇਫੈਕਟ ਪੈ ਸਕਦਾ ਆ ਜਾਂ ਫਿਰ ਪ੍ਰੋਫਿਟੇਬਲ ਹੋਣਾ ਬਹੁਤ ਜ਼ਰੂਰੀ ਹੈ? ਓਕੇ, ਜਿਹੜਾ ਇੰਟਰਾ ਕੰਪਨੀ ਆਂਦਾ ਹੈਗਾ ਇਹ ਬੇਸਿਕਲੀ ਐਸਟੈਬਲਿਸ਼ਡ ਕੰਪਨੀ ਦੇ ਉੱਤੇ ਵੀ ਆ ਸਕਦਾ, ਈਵਨ ਬ੍ਰਾਂਡ ਨਿਊ ਸਟਾਰਟਅਪ ਕੰਪਨੀ ਦੇ ਵਿੱਚ ਵੀ ਆ ਸਕਦਾ। ਸੋ ਜਦੋਂ ਬ੍ਰਾਂਡ ਨਿਊ ਸਟਾਰਟਅਪ ਕੰਪਨੀ ਹੁੰਦੀ ਹੈ ਤਰਨ ਜੀ, ਉਹਦੇ ਵਿੱਚ ਰੈਵਨਿਊ ਹੁੰਦਾ ਨਹੀਂ ਹੈਗਾ। ਸੋ ਉੱਥੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਰਹੇ ਹੈਗੇ ਹੋ। ਸੋ ਉਹਦੇ ਵਿੱਚ ਤੁਸੀਂ ਜਿਹੜਾ ਪ੍ਰੋਜੈਕਸ਼ਨ ਵੀ ਸ਼ੋਅ ਕੀਤੀਆਂ ਹੋਈਆਂ ਬਿਜ਼ਨਸ ਪਲਾਨ ਦੇ ਉੱਤੇ, ਉਹ ਬਹੁਤ ਜ਼ਿਆਦਾ ਹੋ ਸਕਦੀਆਂ ਹੈਗੀਆਂ, ਘੱਟ ਹੋ ਸਕਦੀਆਂ। ਹੋ ਸਕਦਾ ਉਹ ਨਾ ਮੀਟ ਕਰੋ ਤਾਂ ਤੁਸੀਂ ਯੂ ਵਿਲ ਬੀ ਇਨ ਰੈਡ, ਜਾਂ ਹੋ ਸਕਦਾ ਪਹਿਲੇ ਸਾਲ 2 ਸਾਲ ਗਵਰਨਮੈਂਟ ਅੰਡਰਸਟੈਂਡ ਕਰਦੀ ਹੈ ਕਿ ਕਿਸੇ ਵੀ ਬਿਜ਼ਨਸ ਨੂੰ ਐਸਟੈਬਲਿਸ਼ ਕਰਨ ਵਾਸਤੇ ਟਾਈਮ ਲੱਗਦਾ ਹੈਗਾ, ਐਫਰਟਸ ਲੱਗਦੇ ਹੈਗੇ ਨੇ। ਸੋ ਇਟ ਇਜ਼ ਨਾਟ ਰਿਕੁਆਇਰਡ ਕਿ ਪਹਿਲੇ ਦਿਨ ਤੋਂ ਹੀ ਤੁਸੀਂ ਪ੍ਰੋਫਿਟੇਬਲ ਹੋਵੋ। ਜੇ ਤੁਹਾਡੀ ਕੰਪਨੀ ਐਸਟੈਬਲਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ, ਬਸ ਤੁਸੀਂ ਐਫਰਟਸ ਕਰਨੇ ਹੈਗੇ ਨੇ। ਤੁਸੀਂ ਆਫਿਸ ਸੈਟਅਪ ਕਰਨਾ ਹੈਗਾ, ਆਪਣਾ ਆਫਿਸ ਸਪੇਸ ਲੈਣੀ ਹੈਗੀ ਹੈ, EMPLOYEES ਰੱਖਣੇ ਹੈਗੇ ਨੇ ਕੈਨੇਡੀਅਨ, ਘੱਟੋ ਘੱਟ ਇੱਕ EMPLOYEE ਤੁਸੀਂ ਜ਼ਰੂਰ EMPLOY ਕਰਨਾ ਹੈਗਾ ਕੈਨੇਡੀਅਨ, ਜਿਹੜਾ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਤੁਹਾਡੇ ਕੋਲ ਕੰਮ ਕਰ ਰਿਹਾ ਹੋਵੇ, ਤੇ ਤੁਹਾਡੀ ਐਪਲੀਕੇਸ਼ਨ ਸੱਚ ਹੋ ਸਕਦੀ ਹੈਗੀ। ਸੋ ਤੁਹਾਨੂੰ ਪ੍ਰੋਫਿਟੇਬਲ ਫਰਮ ਡੇ 1 ਹੋਣ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਗਵਰਨਮੈਂਟ ਅੰਡਰਸਟੈਂਡ ਕਰਦੀ ਹੈ। ਜ਼ਰੂਰੀ ਹੈ ਕਿ ਪਿੱਛੇ ਸਾਡਾ ਬਿਜ਼ਨਸ ਹੀ ਹੋਵੇ ਤਾਂ ਹੀ ਅਸੀਂ ਇਹਦੇ ਲਈ ਕੁਆਲੀਫਾਈ ਕਰ ਸਕਦੇ ਹਾਂ? ਜੇ ਕੋਈ ਇੱਕ ਵਧੀਆ ਕੰਪਨੀ ਦੇ ਵਿੱਚ ਜੌਬ ਕਰ ਰਿਹਾ, ਉਹਦੇ ਕੋਲ ਐਕਸਪੀਰੀਅੰਸ ਹੈਗਾ ਤੇ ਦਿਖਾ ਸਕਦਾ ਹੈ ਕਿ ਇੱਥੇ ਸਾਰੇ ਉਹਨੇ ਬਿਜ਼ਨਸ ਪਲਾਨਸ ਜਿਹੜੇ ਆ ਉਹਨੇ ਸੈਟਅਪ ਕੀਤੇ ਆ, ਸੋ ਕਿ ਇਹ ਵੀ ਉਹ ਵੀ ਕੁਆਲੀਫਾਈ ਕਰ ਸਕਦਾ ਆ? ਤਰਨ, ਉਹ ਕੰਪਨੀ ਕਰ ਸਕਦੀ ਹੈ ਐਂਡ ਉਸ ਕੰਪਨੀ ਜੇ ਕਰਦੀ ਹੈਗੀ ਤੇ ਇੱਥੇ ਆ ਕੇ ਕੰਮ ਕਰ ਸਕਦਾ EMPLOYEE ਉਹਨਾਂ ਦੇ। ਬਟ ਜੇ ਫਸਟ ਟਾਈਮ ਕਹੋ ਕਿ ਮੈਂ EMPLOYEE ਹੈਗਾ ਕਿਸੇ ਕੰਪਨੀ ਦਾ ਐਂਡ ਮੈਂ ਇੱਥੇ ਆ ਕੇ ਇੰਟਰਾ ਕੰਪਨੀ ਦੇ ਵਿੱਚ ਆ ਜਾਵਾਂ, ਉਹ ਪੋਸੀਬਿਲਿਟੀ ਨਹੀਂ ਹੋਏਗੀ। ਸੋ ਜੇ ਮੈਂ ਐਸ ਸੱਚ ਐਪਲੀਕੈਂਟ ਐਸ ਦੇ ਤੌਰ ਤੇ ਮੈਂ ਕੈਨੇਡਾ ਆਣਾ ਹੈਗਾ ਤੇ ਮੈਂ ਇੱਥੇ ਬੈਕ ਹੋਮ ਕੰਮ ਕਰਦਾ ਹੋਣਾ ਚਾਹੀਦਾ ਉਸ ਕੰਪਨੀ ਦੇ ਨਾਲ ਫॉर ਐਟਲੀਸਟ 1 ਈਅਰ, ਤਾਂ ਹੀ ਇੰਟਰਾ ਕੰਪਨੀ ਦੇ ਵਿੱਚ ਮੈਂ ਕੁਆਲੀਫਾਈ ਕਰਾਂਗਾ। ਕਿੰਨੇ ਕਿ ਟਾਈਮ ਦਾ ਸਰ ਫਿਰ ਵੀ ਤੁਹਾਨੂੰ ਇੱਥੇ ਵਰਕ ਪਰਮਿਟ ਮਿਲਦਾ ਆ? ਤਰਨ, ਨਾਰਮਲੀ ਜਿਹੜਾ ਵਰਕ ਪਰਮਿਟ ਇੰਟਰਾ ਕੰਪਨੀ ਦੇ ਵਿੱਚ ਗ੍ਰਾਂਟ ਕੀਤਾ ਜਾਂਦਾ 1 ਸਾਲ ਦਾ ਜਾਂ 2 ਸਾਲ ਦਾ ਗ੍ਰਾਂਟ ਕੀਤਾ ਜਾਂਦਾ ਐਂਡ ਉਸ ਤੋਂ ਬਾਅਦ ਤੁਸੀਂ ਰਿਨਿਊਅਲਸ ਅਪਲਾਈ ਕਰ ਸਕਦੇ ਹੋ ਜਿਸ ਤਰ੍ਹਾਂ ਹੀ ਤੁਹਾਡਾ ਰਿਨਿਊਅਲ ਦਾ ਟਾਈਮ ਆਉਂਦਾ ਹੈ। PR ਲਈ ਕੁਆਲੀਫਾਈ ਹੋਣ ਲਈ ਕੀ ਕੋਈ ਸਪੈਸ਼ਲੀ ਕ੍ਰਾਈਟੇਰੀਆ ਚੋਂ ਲੰਘਣਾ ਪੈਂਦਾ ਜਾਂ ਫਿਰ ਕੋਈ ਐਕਸਪੀਰੀਅੰਸ ਚਾਹੀਦਾ ਹੁੰਦਾ, ਜਾਂ ਫਿਰ ਤੁਹਾਡੀ ਜਦੋਂ ਐਪਲੀਕੇਸ਼ਨ ਲੱਗਦੀ ਹੈ ਇੱਕ ਤਰ੍ਹਾਂ ਦੇ ਨਾਲ ਤੁਹਾਡੀ PR ਦੀ ਪ੍ਰੋਸੈਸਿੰਗ ਵੀ ਚੱਲਦੀ ਹੈ? ਹੁਣ ਤਰਨ, ਜਿਹੜਾ ਬਿਜ਼ਨਸਮੈਨ ਆ ਰਿਹਾ ਹੈਗਾ, ਜਿਹੜਾ ਬੈਕ ਹੋਮ ਬਿਜ਼ਨਸ ਕਰ ਰਿਹਾ, ਉਹ ਸੇਮ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦਾ ਜਾਂ ਸਿਮਿਲਰ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦਾ ਹੈ, ਉਹ ਐਜ਼ ਅ ਪ੍ਰੈਜ਼ੀਡੈਂਟ ਆਫ ਦਾ ਕੰਪਨੀ ਆ ਰਿਹਾ। ਸੋ ਉਹਨਾਂ ਨੂੰ ਜਿਹੜਾ LMIA ਦਿੱਤਾ ਜਾਏਗਾ 200 ਪੁਆਇੰਟ ਦਾ LMIA ਦਿੱਤਾ ਜਾਏਗਾ। ਸੋ ਹੁਣ 200 ਪੁਆਇੰਟ ਦੇ LMIA ਦੇ ਨਾਲ ਆ ਕੇ ਉਹ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਕੁਆਲੀਫਾਈ ਕਰ ਸਕਣਗੇ, ਬਿਕੋਜ਼ ਏਜ ਜ਼ਿਆਦਾ ਵੀ ਹੋਵੇ ਤਾਂ 200 ਪੁਆਇੰਟ ਇਜ਼ ਗੁੱਡ ਇਨਫ ਪੁਆਇੰਟਸ ਕੇ ਕੁਆਲੀਫਾਈ ਹੋ ਜਾਣਗੇ। ਐਂਡ ਜੇ ਉਹ ਐਜ਼ ਅ EMPLOYEE ਆ ਰਹੇ ਨੇ ਤੇ 50 ਪੁਆਇੰਟ ਦਾ ਉਹ ਵੀ ਮਿਲ ਰਿਹਾ ਹੈਗਾ, ਤਾਂ ਵੀ ਐਕਸਪ੍ਰੈਸ ਐਂਟਰੀ ਜਾਂ PNP ਦੇ ਵਿੱਚ ਕੁਆਲੀਫਾਈ ਕਰ। ਸੋ ਓਪਰਚੁਨਿਟੀਜ਼ ਕਾਫੀ ਜ਼ਿਆਦਾ ਹੈਗੀਆਂ ਐਂਡ ਜਿੰਨੇ ਵੀ ਦੋਸਤ ਸਾਨੂੰ ਸੁਣ ਰਹੇ ਨੇ, ਇਫ ਦੇ ਆਰ ਰੀਅਲੀ ਕੀਨ ਔਨ ਇੰਟਰਾ ਕੰਪਨੀ, ਦਿਸ ਇਜ਼ ਵਨ ਆਫ ਦਾ ਅਮੇਜ਼ਿੰਗ ਵੀਜ਼ਾਸ ਜਿਹਦਾ ਫਾਇਦਾ ਲਿੱਤਾ ਜਾ ਸਕਦਾ ਹੈ। ਜੇ ਤੁਸੀਂ ਬਿਜ਼ਨਸਮੈਨ ਹੈਗੇ ਹੋ, ਸਮਾਲ ਸਕੇਲ ਬਿਜ਼ਨਸਮੈਨ ਹੈਗੇ ਹੋ, ਇੰਡੀਆ ਤੋਂ, ਪਾਕਿਸਤਾਨ ਤੋਂ, ਮਿਡਲ ਈਸਟ ਤੋਂ, ਸਾਊਥ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਤੇ ਵੀ ਐਸਟੈਬਲਿਸ਼ਡ ਹੈਗੇ ਹੋ, ਤੁਹਾਡੇ ਕੋਲ 3 ਸਾਲ ਦਾ ਪ੍ਰੋਵਨ ਰੈਕੋਰਡ ਹੈਗਾ ਤੇ ਥੀਸ ਆਰ ਓਪਰਚੁਨਿਟੀਜ਼ ਦੈਟ ਕੈਨ ਵਰਕ ਫॉर ਯੂ। ਓਨਲੀ ਥਿੰਗ ਇਜ਼ ਕਿ ਤੁਹਾਡੇ ਕੰਸਲਟੈਂਟ ਨੂੰ ਪਤਾ ਹੋਣਾ ਚਾਹੀਦਾ ਮੈਂ ਐਪਲੀਕੇਸ਼ਨ ਤੁਹਾਡੀ ਕਿਸ ਤਰ੍ਹਾਂ ਪੁੱਟ ਅਪ ਕਰਨੀ ਹੈ, ਬਿਜ਼ਨਸ ਪਲਾਨਸ ਤੁਹਾਡੇ ਬੇਸਿਕ ਬਣਨੇ ਹੈਗੇ ਨੇ, ਤੁਹਾਡੀ ਕੰਪਨੀ ਰਜਿਸਟਰ ਹੋਣੀ ਹੈ। ਸੋ ਥੀਸ ਆਰ ਦਾ ਸਮ ਬੈਕਗ੍ਰਾਉਂਡ ਦੇ ਵਿੱਚ ਕਾਫੀ ਚੀਜ਼ਾਂ ਹੋਣੀਆਂ ਹੈਗੀਆਂ ਬਿਫੋਰ ਯੋਰ ਐਪਲੀਕੇਸ਼ਨ ਐਕਚੁਅਲੀ ਗੋਜ਼ ਟੂ ਦਾ ਵੀਜ਼ਾ ਪੋਸਟ। ਫੈਮਿਲੀ ਦੇ ਬਾਰੇ ਵੀ ਪੁੱਛਣਾ ਚਾਹਾਂਗੇ ਕਿਉਂਕਿ ਫੈਮਿਲੀ ਵੀ ਬਹੁਤ ਮੈਟਰ ਕਰਦੀ ਆ। ਸੋ ਜਦੋਂ ਇਹ ਵੀਜ਼ਾ ਲੱਗਦਾ, ਕੀ ਨਾਲ ਫੈਮਿਲੀ ਦਾ ਵੀ ਵੀਜ਼ਾ ਲੱਗਦਾ ਜਾਂ ਫੈਮਿਲੀ ਲਈ ਅਲੱਗ ਤੋਂ ਵੀਜ਼ੇ ਲਈ ਕੁਆਲੀਫਾਈ ਕਰਨਾ ਪੈਂਦਾ ਹੈ, ਜਾਂ ਤੁਸੀਂ ਉਸ ਤੋਂ ਬਾਅਦ ਫੈਮਿਲੀ ਦੇ ਵੀਜ਼ੇ ਲਈ ਅਪਲਾਈ ਕਰ ਸਕਦੇ ਹੋ? ਤਰਨ, ਇਸ ਐਪਲੀਕੇਸ਼ਨ ਦੇ ਵਿੱਚ ਫੈਮਿਲੀ ਡਿਪੈਂਡੈਂਟ ਵੀਜ਼ਾ ਨਾਲ ਗ੍ਰਾਂਟ ਕੀਤਾ ਜਾਂਦਾ ਹੈਗਾ। ਸੋ ਸਪਾਊਸ ਜਿਹੜੇ ਹੈਗੇ ਨੇ ਉਹ ਓਪਨ ਵਰਕ ਪਰਮਿਟ ਤੇ ਆ ਜਾਣਗੇ, ਹੀ ਔਰ ਸ਼ੀ ਵੁੱਡ ਬੀ ਐਲੀਜੀਬਲ ਟੂ ਵਰਕ ਐਂਡ ਜੇ ਬੱਚੇ ਹੈਗੇ ਨੇ ਉਹਨਾਂ ਨੂੰ ਸਟੱਡੀ ਪਰਮਿਟ, ਡਿਪੈਂਡੈਂਟ ਸਟੱਡੀ ਪਰਮਿਟ ਮਿਲ ਜਾਏਗਾ। ਸੋ ਬੇਸਿਕਲੀ ਦੇ ਕੈਨ ਗੋ ਟੂ ਸਕੂਲ ਵਿਦਆਊਟ ਸਪੈਂਡਿੰਗ ਅ ਟਾਈਮ, ਜਿਹੜੇ 12ਵੀਂ ਤੱਕ ਉਹਨਾਂ ਦੀ ਐਜੂਕੇਸ਼ਨ ਹੈਗੀ ਉਹ ਫ੍ਰੀ ਹੋਏਗੀ। ਸਰ ਇਹ ਫੈਡਰਲ ਪ੍ਰੋਗਰਾਮ ਹੈ ਜਾਂ ਪ੍ਰੋਵਿੰਸਸ ਦਾ ਆਪਦਾ ਬਣਾਇਆ ਹੋਇਆ ਪ੍ਰੋਗਰਾਮ ਹੈ? ਤਰਨ, ਇਹ ਫੈਡਰਲ ਪ੍ਰੋਗਰਾਮ ਹੈਗਾ ਜੀ ਐਂਡ ਦਿਸ ਇਜ਼ ਵਨ ਆਫ ਦਾ ਓਨਲੀ ਪ੍ਰੋਗਰਾਮ ਜਿਹੜਾ
LMIA exempt programs ਹੈਗਾ, ਇੰਟਰਨੈਸ਼ਨਲ ਮੋਬਿਲਿਟੀ ਸਟਰੀਮ ਦੇ ਅੰਦਰ ਫਾਲ ਕਰਦਾ ਹੈਗਾ। ਐਂਡ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਇਹਦੀ ਐਪਲੀਕੇਸ਼ਨ ਕਿਸ ਤਰ੍ਹਾਂ ਪੁੱਟ ਅਪ ਕੀਤੀ ਜਾ ਸਕਦੀ ਹੈ, ਕਿਸ ਤਰ੍ਹਾਂ ਇਹਦਾ ਫਾਇਦਾ ਲਿੱਤਾ ਜਾ ਸਕਦਾ। ਸੋ ਯੂ ਮੀਨ ਟੂ ਸੇ ਕਿ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਤੁਸੀਂ ਕਿਸੇ ਵੀ ਪ੍ਰੋਵਿੰਸ ਨੂੰ ਐਕਸਪਲੋਰ ਕਰਕੇ ਉਹਦੇ ਵਿੱਚ ਆਪਣਾ ਬਿਜ਼ਨਸ ਸੈਟਅਪ ਪਲਾਨ ਦਿਖਾ ਸਕਦੇ ਹੋ 100%। ਤੇ ਪੂਰਾ ਸਾਰੇ ਦਾ ਸਿਸਟਮ ਕੀ ਹੋਏਗਾ ਐਪਲੀਕੇਸ਼ਨ ਦੇ ਵਿੱਚ, ਕਿਹੜੇ ਡਾਕੂਮੈਂਟਸ ਚਾਹੀਦੇ ਹੁੰਦੇ ਨੇ? ਕਰਨ ਕਾਫੀ ਡਾਕੂਮੈਂਟੇਸ਼ਨਸ ਜਾਣੀਆਂ ਹੈਗੀਆਂ ਜੀ। ਪਹਿਲੇ ਤੇ ਜਿਹੜੀ ਇਹ ਬੈਕ ਹੋਮ ਐਗਜ਼ਿਸਟਿੰਗ ਕੰਪਨੀ ਹੈ ਉਹਦੇ ਸਾਰੇ ਪ੍ਰੋਫਾਈਲਸ ਜਾਣੇ ਹੈਗੇ ਨੇ, ਉਹ ਕੰਪਨੀ ਸਟੈਬਲਿਸ਼ ਕਿੰਨੇ ਸਾਲਾਂ ਤੋਂ ਹੈਗੀ ਹੈ, ਉਹਦਾ ਫਾਈਨੈਂਸ਼ੀਅਲਸ ਕਿਸ ਤਰ੍ਹਾਂ ਦੇ ਹੈਗੇ ਨੇ, ਕਿੰਨੇ EMPLOYEES ਉੱਥੇ ਕੰਮ ਕਰ ਰਹੇ ਨੇ। ਜੇ ਐਜ਼ ਅ ਓਨਰ ਨੇ ਆਣਾ ਹੈਗਾ ਤੇ ਉਹਦੀਆਂ ਉਹ ਓਨਰ ਦੀਆਂ ਸਾਰੀ ਓਨਰਸ਼ਿਪ ਡਾਕੂਮੈਂਟੇਸ਼ਨਸ, ਡੀਡਸ ਵਗੈਰਾ ਸਾਰੀਆਂ ਜਾਣਗੀਆਂ। ਉਸ ਤੋਂ ਬਾਅਦ ਜੇ ਕਿਸੇ EMPLOYEE ਨੇ ਆਣਾ, ਜਿਹੜੇ ਹੁਣ ਬੇਸਿਕਲੀ ਕਈ EMPLOYEES ਇਹੋ ਜਿਹੇ ਕੀ EMPLOYEES ਹੁੰਦੇ ਨੇ ਜਿਹੜਾ ਆ ਕੇ ਇੱਥੇ ਆਪਣਾ ਬਿਜ਼ਨਸ ਐਸਟੈਬਲਿਸ਼ਮੈਂਟ ਦੇ ਵਿੱਚ ਹੈਲਪ ਕਰਨੀ ਹੈਗੀ ਹੈ। ਸੋ ਉਹਨਾਂ ਦੀ ਪਿਛਲੇ 1 ਸਾਲ ਦੀ EMPLOYMENT ਹਿਸਟਰੀ ਸ਼ੋ ਹੋਣੀ ਹੈਗੀ। ਸੋ ਸਾਰੀ ਚੀਜ਼ਾਂ ਜਾਣੀਆਂ ਹੈਗੀਆਂ ਜੀ। ਸੋ ਦਿਸ ਇਜ਼ ਵਨ ਵੀਜ਼ਾ ਜਿਹਦੇ ਵਿੱਚ EMPLOYEES ਆ ਕੇ ਬਿਜ਼ਨਸ ਹੈ ਐਸਟੈਬਲਿਸ਼ਮੈਂਟ ਵਿੱਚ ਕੰਮ ਵੀ ਹੈਲਪ ਕਰ ਸਕਦੇ। ਇੱਕ ਹੋਰ ਚੀਜ਼ ਹੈ ਤਰਨ ਜੀ ਕਿ EMPLOYEES ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਜੇ ਵੀਜ਼ਾ ਲੱਗ ਗਿਆ ਕਿ ਐਜ਼ ਅ ਓਨਰ ਤੁਸੀਂ ਇੱਥੇ ਆ ਕੇ ਬੈਠ ਹੀ ਜਾਓ। ਤੁਸੀਂ ਜਿਹੜੀ ਬੈਕ ਹੋਮ ਤੁਹਾਡੀ ਕੰਪਨੀ ਹੈਗੀ ਹੈ, ਤੁਸੀਂ ਬੈਕ ਐਂਡ ਫੋਰਥ ਕਰ ਸਕਦੇ ਹੋ। ਤੁਸੀਂ ਬੈਕ ਹੋਮ ਕੰਪਨੀ ਦੇ ਵਿੱਚ ਜਾ ਕੇ ਉਸ ਕੰਪਨੀ ਨੂੰ ਮੈਨੇਜ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ ਇਸ ਵੀਜ਼ਾ ਤੇ ਆ ਗਿਆ ਤੇ ਤੁਸੀਂ ਕੈਨੇਡਾ ਹੀ ਰਹੋਗੇ। ਹਾਂ, 1 ਸਾਲ ਬਾਅਦ ਤੁਹਾਡੀ PR ਦੀ ਐਪਲੀਕੇਸ਼ਨ ਜ਼ਰੂਰ ਪੋਸੀਬਲ ਹੈਗੀ ਹੈ ਜੇ ਤੁਸੀਂ ਕੈਨੇਡਾ ਇੱਕ ਵਾਰੀ ਆ ਗਏ ਤਾਂ। ਸਰ ਇਹਦੇ ਵਿੱਚ ਇਸ ਤੋਂ ਬਾਅਦ ਜਦੋਂ ਆਪਾਂ ਇੱਥੇ ਆ ਜਾਂਦੇ ਹਾਂ ਕੰਮ ਕਰਦੇ ਹਾਂ ਇੰਟਰਾ ਕੰਪਨੀ ਟ੍ਰਾਂਸਫਰ ਦੇ ਵਿੱਚ, ਤੇ ਉਸ ਤੋਂ ਬਾਅਦ PR ਦੇ ਲਈ ਜੇ ਕੁਆਲੀਫਾਈ ਕਰਨਾ, ਇਹਦੇ ਲਈ ਕਿੰਨਾ ਕੁ ਸਮਾਂ ਲੱਗਦਾ ਹੈ, ਕਿੰਨਾ ਟਾਈਮ ਤੁਹਾਨੂੰ ਕੰਮ ਕਰਨਾ ਪੈਂਦਾ, ਤੇ ਕਿੰਨੇ ਚਿਰ ਬਾਅਦ ਤੁਸੀਂ ਕੁਆਲੀਫਾਈ ਹੁੰਦੇ ਹੋ? ਤੇ ਨਾਰਮਲੀ 1 ਸਾਲ ਦੇ ਬਾਅਦ ਐਪਲੀਕੇਸ਼ਨ ਲੱਗ ਸਕਦੀ ਹੈਗੀ ਐਕਸਪ੍ਰੈਸ ਐਂਟਰੀ ਦੇ ਅੰਡਰ। ਐਂਡ ਬਿਕੋਜ਼ ਜੇ 200 ਪੁਆਇੰਟ ਦਾ ਐਕਸਪ੍ਰੈਸ ਐਂਟਰੀ ਮਿਲ ਗਿਆ, ਤੁਹਾਡੇ ਕੋਲ ਏਜ ਜ਼ਿਆਦਾ ਵੀ ਹੈਗੀ ਹੈ, ਆਈਲੈਟਸ ਬੇਸਿਕ ਐਜੂਕੇਸ਼ਨ ਹੈਗੀ ਹੈ, ਤਾਂ ਵੀ ਤੁਸੀਂ PR ਵਾਸਤੇ ਕੁਆਲੀਫਾਈ ਹੋ ਸਕਦੇ ਹੋ। ਜੇ ਉਹਦੇ 'ਚ ਨਹੀਂ ਹੋ ਰਹੇ ਤੇ PNP ਦੇ ਕੁਝ ਪ੍ਰੋਗਰਾਮਸ ਹੈਗੇ ਨੇ। ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਪ੍ਰੋਵਿੰਸ ਦੇ ਵਿੱਚ ਆ ਕੇ ਐਸਟੈਬਲਿਸ਼ ਕਰ ਰਹੇ ਹੋ। ਹੁਣ ਜਿਹਦੀ ਐਜੂਕੇਸ਼ਨ ਵੀ ਘੱਟ ਹੈਗੀ, ਇੱਕ ਸਿਰਫ ਗ੍ਰੇਡ 12 ਹੈਗਾ, ਤੇ ਉਹਨਾਂ ਨੂੰ ਕਹਾਂਗੇ ਓਨਟਾਰੀਓ ਦੇ ਵਿੱਚ ਆ ਕੇ ਐਸਟੈਬਲਿਸ਼ ਨਾ ਕਰੋ, ਤੁਸੀਂ ਐਟਲਾਂਟਿਕ ਦੇ ਵਿੱਚ ਐਸਟੈਬਲਿਸ਼ ਕਰੋ ਤਾਂ ਕਿ ਤੁਸੀਂ ਸਾਲ 2 ਸਾਲ ਬਾਅਦ ਉੱਥੇ PR ਵਾਸਤੇ ਤੁਸੀਂ ਕੁਆਲੀਫਾਈ ਕਰ ਜਾਓ। ਸੋ ਹਰ ਐਪਲੀਕੈਂਟ ਦੇ ਉੱਤੇ ਡਿਪੈਂਡ ਕਰੇਗਾ ਕਿ ਉਹਨਾਂ ਦੇ ਏਜ ਕਿਸ ਤਰ੍ਹਾਂ ਦੀ ਹੈਗੀ, ਉਹਨਾਂ ਦੀ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੈਗੀ, ਉਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੈਗਾ। ਐਂਡ ਉਹ ਸਾਰੀਆਂ ਚੀਜ਼ਾਂ ਮੈਟਰ ਕਰਨਗੇ। ਬੱਚਿਆਂ ਦੀ ਏਜ ਕਿੰਨੀ ਹੈਗੀ ਹੈ, ਉਹ ਕਿਸ ਤਰ੍ਹਾਂ ਐਸਟੈਬਲਿਸ਼ ਹੋਣਗੇ। ਸੋ ਆਹ ਸਾਰੀ ਚੀਜ਼ਾਂ ਅਸੀਂ ਜਦੋਂ ਤੁਸੀਂ ਸਾਡੇ ਤੋਂ ਕੰਸਲਟ ਕਰਦੇ ਹੋ ਤਾਂ ਅਸੀਂ ਵੀ ਗੋ ਥਰੂ ਦਾ ਇੰਟਾਇਰ ਥਿੰਗਸ ਐਂਡ ਦੈਨ ਵੀ ਸੁਜੈਸਟ ਯੂ ਕਿ ਕਿਸ ਤਰ੍ਹਾਂ ਤੁਸੀਂ ਐਪਲੀਕੇਸ਼ਨ ਤੁਹਾਡੀ ਪ੍ਰੋਸੈਸ ਹੋਣੀ ਚਾਹੀਦੀ ਹੈ। ਇਸ ਪ੍ਰੋਗਰਾਮ ਦਾ ਮੇਨ ਬੈਨੀਫਿਟ ਦੀ ਗੱਲ ਕਰੀਏ, ਕੀ ਬੈਨੀਫਿਟ ਹੋ ਸਕਦੇ ਨੇ? ਤਰਨ ਜੀ, ਬੈਨੀਫਿਟ ਦੋਨੋਂ ਪਾਸੇ ਹੈਗੇ ਨੇ। ਗਵਰਨਮੈਂਟ ਨੂੰ ਵੀ ਬੈਨੀਫਿਟ ਹੈਗਾ ਬਿਕੋਜ਼ ਨਵੀਂ ਕੰਪਨੀਜ਼ ਆ ਕੇ ਇੱਥੇ ਐਸਟੈਬਲਿਸ਼ ਹੋ ਰਹੀਆਂ ਹੈਗੀਆਂ। ਐਂਡ ਸਟਾਰਟਅਪਸ ਵੀ ਹੈਗੀਆਂ, ਉਹ ਦੇ ਆਰ ਕਮਿੰਗ ਐਂਡ ਐਕਸਪੈਂਡਿੰਗ ਇਨ ਕੈਨੇਡਾ। ਜਦੋਂ ਕੰਪਨੀ ਐਕਸਪੈਂਡ ਕਰੇਗੀ, ਸੈਟਅਪ ਕਰੇਗੀ ਤੇ ਕੈਨੇਡੀਅਨਸ ਵਾਸਤੇ ਜੌਬ ਓਪਰਚੁਨਿਟੀਜ਼ ਕ੍ਰੀਏਟ ਕਰੇਗੀ। ਸੋ ਯੈਸ, ਗਵਰਨਮੈਂਟ ਵਾਸਤੇ ਆ ਸਭ ਤੋਂ ਵੱਡਾ। ਉਸ ਤੋਂ ਬਾਅਦ ਰੈਵਨਿਊ ਆਏਗਾ, ਰੈਵਨਿਊ ਦੇ ਉੱਤੇ ਟੈਕਸ ਪੇ ਕਰੋਗੇ। ਸੋ ਆ ਸਭ ਤੋਂ ਵੱਡਾ ਬੈਨੀਫਿਟ ਗਵਰਨਮੈਂਟ ਦਾ ਹੈਗਾ। ਹੁਣ ਐਪਲੀਕੈਂਟ ਦਾ ਕੀ ਹੈਗਾ ਜੀ? ਐਪਲੀਕੈਂਟ ਇਸ ਕੰਪਨੀ ਦੇ ਇਸ ਵੀਜ਼ੇ ਨੂੰ ਲੈ ਕੇ ਕੈਨੇਡਾ ਆ ਕੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰਨਾ ਸ਼ੁਰੂ ਕਰ ਸਕਦਾ ਐਜ਼ ਅ ਬਿਜ਼ਨਸਮੈਨ। ਉਹ ਇੱਥੇ ਆ ਕੇ ਐਕਸਪੈਂਸ਼ਨ ਸ਼ੁਰੂ ਕਰ ਸਕਦਾ ਹੈਗਾ ਆਪਣੀ PR ਵਾਸਤੇ, ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਕੈਨੇਡਾ ਹੈਜ਼ ਇਮਰਜਡ ਐਜ਼ ਅ ਡੈਸਟੀਨੇਸ਼ਨ ਆਫ ਚੋਇਸ। ਜੇ ਐਪਲੀਕੈਂਟ ਨੇ ਆ ਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਐਸਟੈਬਲਿਸ਼ਮੈਂਟ ਸ਼ੁਰੂ ਕਰਨੀ ਹੈ, ਉਹ ਇਹਦੇ ਥਰੂ ਹੋ ਸਕਦੀ ਹੈ। ਉਹਦੀ PR ਐਪਲੀਕੇਸ਼ਨ ਇਹਦੇ ਥਰੂ ਹੋ ਸਕਦੀ ਹੈ। ਉਹਨਾਂ ਦੇ ਫੈਮਿਲੀ ਦਾ ਵੀਜ਼ਾ, ਡਿਪੈਂਡੈਂਟ ਵੀਜ਼ਾਸ ਇਹਦੇ ਥਰੂ ਆ ਸਕਦੇ ਨੇ। ਬੱਚੇ ਆ ਕੇ ਆਪਣਾ ਲਾਈਫ ਸਟਾਈਲ ਜਾਂ ਐਸਟੈਬਲਿਸ਼ਮੈਂਟ ਸ਼ੁਰੂ ਕਰ ਸਕਦੇ ਨੇ। ਸਪਾਊਸਸ ਆ ਕੇ ਆਪਣੀ ਐਸਟੈਬਲਿਸ਼ਮੈਂਟ ਜਾਂ ਐਕਸਪੈਂਸ਼ਨ ਆਫ ਬਿਜ਼ਨਸ ਸ਼ੁਰੂ ਕਰ ਸਕਦੇ ਨੇ। ਸੋ business wise and opportunity wise it is beneficial to government as well and to the applicants as well. ਮਿਨੀਮਮ ਇਨਵੈਸਟਮੈਂਟ ਦੀ ਗੱਲ ਕਰਾਂ, ਮਿਨੀਮਮ ਟੂ ਮੈਕਸਿਮਮ ਕਿੰਨੀ ਹੋ ਸਕਦੀ ਹੈ? As such it will all depend, can be 100,000, can be less than 100,000, can be 200,000, can be a few million. So applicant and projects ਦੇ ਉੱਤੇ depend ਕਰੇਗਾ। I have seen such applicants ਵਾਸਤੇ ਜਿਨ੍ਹਾਂ ਦੇ ਅਕਾਊਂਟ ਦੇ ਵਿੱਚ ਮਿਲੀਅਨ ਡਾਲਰ ਪਿਆ, ਐਂਡ ਨਾਲ ਦੀ ਨਾਲ ਇਹੋ ਜਿਹੇ ਵੀ ਐਪਲੀਕੈਂਟ ਦੇਖੇ ਨੇ ਜਿਹੜੇ ਸਿਰਫ 1 ਲੱਖ ਦੇ ਵਿੱਚ ਹੀ ਐਸਟੈਬਲਿਸ਼ ਕਰ ਗਏ, ਐਂਡ 1 ਲੱਖ ਦੇ ਵਿੱਚ ਹੀ ਉਹਨਾਂ ਦੀ PR ਪੋਸੀਬਲ ਹੋ ਗਈ। ਹਲੇ ਉਹਨਾਂ ਨੇ ਬਿਜ਼ਨਸ ਆਪਣਾ ਐਸਟੈਬਲਿਸ਼ਮੈਂਟ ਸ਼ੁਰੂ ਹੀ ਕੀਤੀਆਂ ਹੈਗੀਆਂ। ਸੋ ਹਰ ਐਪਲੀਕੈਂਟ ਦੇ ਉੱਤੇ ਡਿਫਰੈਂਟ ਚੀਜ਼ਾਂ ਐਪਲੀਕੇਬਲ ਹੋਣਗੀਆਂ। ਜੇ ਕੰਪਨੀਜ਼ ਦੀ ਗੱਲ ਕਰੀਏ, ਮੈਜੋਰਟੀ ਕਿਹੜੀ ਫੀਲਡਸ ਦੇ ਵਿੱਚ ਜ਼ਿਆਦਾ ਇਹ ਪ੍ਰੋਗਰਾਮ ਬੈਨੀਫਿਟ ਹੋ ਸਕਦਾ? ਹਰ ਫੀਲਡ ਦੇ ਵਿੱਚ ਤਰਨ ਜੀ, ਹਰ ਫੀਲਡ ਦੇ ਵਿੱਚ। ਈਵਨ ਜਿਹੜੇ ਸਾਡੇ ਦੋਸਤ ਖੇਤੀਬਾੜੀ ਕਰ ਰਹੇ ਨੇ ਉਹ ਵੀ ਇਸ ਪ੍ਰੋਗਰਾਮ ਦਾ ਫਾਇਦਾ ਚੱਕ ਸਕਦੇ ਨੇ। ਕੋਈ ਸਪੈਸ਼ਲਾਈਜ਼ਡ ਐਗਰੀਕਲਚਰ ਦੇ ਵਿੱਚ ਹੈਗਾ, ਉਹ ਵੀ ਇਹਦਾ ਫਾਇਦਾ ਲੈ ਸਕਦਾ। ਕੋਈ ਹਸਪਿਟੈਲਿਟੀ ਦੇ ਵਿੱਚ ਹੈਗਾ, ਰੈਸਟੋਰੈਂਟ ਇੰਡਸਟਰੀ ਦੇ ਵਿੱਚ ਹੈਗਾ, ਉਹ ਵੀ ਇਹਦਾ ਫਾਇਦਾ ਲੈ ਸਕਦਾ। ਕੋਈ ਟ੍ਰੇਡਿੰਗ ਦੇ ਵਿੱਚ ਹੈਗਾ, ਉਹ ਵੀ ਇਹਦਾ ਫਾਇਦਾ ਲੈ ਸਕਦਾ। ਸੋ ਐਵਰੀ ਬਿਜ਼ਨਸ ਕੈਨ, ਇੰਟਰਾ ਕੰਪਨੀ ਟ੍ਰਾਂਸਫਰ ਦੇ ਵਿੱਚ, ਈਵਨ ITs ਦੇ ਵਿੱਚ ਬਹੁਤ ਸਾਰੀ ਕੰਪਨੀਜ਼ ਹੈਗੀਆਂ ਜਿਹੜਾ ਫਾਇਦਾ ਲੱਗ ਕੇ ਇੱਥੇ ਐਸਟੈਬਲਿਸ਼ ਕਰਕੇ ਦੇ ਆਰ ਅਰਨਿੰਗ multi-million dollars of revenue.
ਜਿਵੇਂ ਇਹਦਾ ਪੂਰਾ ਕੰਪਨੀ ਦਾ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਪੀਆਰ ਤੱਕ ਦੇ ਪ੍ਰੋਸੈਸ ਦੇ ਵਿੱਚ ਕਿੰਨਾ ਕੁ ਸਮਾਂ ਟੋਟਲੀ ਲੱਗ ਸਕਦਾ, ਕਿ 2 ਸਾਲ ਦੇ ਵਿੱਚ ਇਹ ਸਾਰਾ ਕੁਝ ਹੋ ਸਕਦਾ ਹੈ? 100% ਪੋਸੀਬਲ ਹੈ ਜੀ। ਹਮ, ਪਹਿਲੇ ਤਾਂ ਅਸੀਂ ਗੱਲ ਕਰੀਏ ਕਿ ਵਰਕ ਪਰਮਿਟ ਕਿੰਨੀ ਦੇਰ ਚ ਮਿਲਣਾ। ਵਰਕ ਪਰਮਿਟ ਮਿਲ ਸਕਦਾ ਤਰਨ ਜੀ ਤਕਰੀਬਨ 3 ਤੋਂ 6 ਮਹੀਨਿਆਂ ਦੇ ਵਿੱਚ। okay, ਇੱਕ ਵਾਰੀ ਵਰਕ ਪਰਮਿਟ ਮਿਲ ਗਿਆ, ਉਸ ਤੋਂ ਬਾਅਦ 1 ਸਾਲ ਜੌਬ ਕਰਨ, 1 ਸਾਲ ਬਿਜ਼ਨਸ ਐਸਟੈਬਲਿਸ਼ ਤੋਂ ਬਾਅਦ ਤੁਹਾਡੀ ਪੀਆਰ ਦੀ ਐਪਲੀਕੇਸ਼ਨ ਲੱਗ ਸਕਦੀ ਹੈ, ਜਿਹੜੀ process ਹੋ 6-8 ਗਿਆ। ਮਹੀਨਿਆਂ ਦੇ ਵਿੱਚ ਪ੍ਰੋਸੈਸ ਹੋ ਸਕਦੀ ਹੈ। ਬਿਲਕੁਲ ਜੀ। ਤੇ ਸਰ ਇਸ ਤੋਂ ਇਲਾਵਾ ਜੇ ਥੋੜਾ ਜਿਹਾ ਹੋਰ ਕਰਾਂ, ਕੁਝ ਅਜਿਹੇ ਵੀ ਉੱਥੇ ਜੌਬ ਪ੍ਰੋਫਾਈਲਸ ਹੈਗੀਆਂ ਜਿਹੜੇ ਲੋਕੀ ਕੰਮ ਕਰਦੇ ਜਾਂ ਆਪਣਾ ਬਿਜ਼ਨਸ ਆ, ਸਾਲੂਨ ਇੰਡਸਟਰੀ ਹੋ ਗਈ, ਬੁਟੀਕਸ ਵਗੈਰਾ ਹੋ ਗਈਆਂ ਆਪਣੀਆਂ, ਉਹਨਾਂ ਨੂੰ ਲੈ ਕੇ ਸਾਨੂੰ ਬਹੁਤ ਕੁਐਸਚਨਸ ਆਉਂਦੀਆਂ ਕਿ ਕੀ ਸਾਡੇ ਲਈ ਕੈਨੇਡਾ ਦੇ ਵਿੱਚ ਕੋਈ ਓਪਰਚੁਨਿਟੀ ਹੈਗੀ ਹੈ ਜਿਹੜੀਆਂ ਕੁਝ ਐਵੇਂ ਦੀ ਜੌਬਸ ਕਰਦੀਆਂ ਹੋਣ ਜਾਂ ਐਵੇਂ ਦੇ ਜਿਨ੍ਹਾਂ ਦਾ ਬਿਜ਼ਨਸ ਵਗੈਰਾ ਹੋਣ? ਤਰਨ ਉਹ ਇਹਦੇ ਵਿੱਚ ਕੁਆਲੀਫਾਈ ਨਹੀਂ ਕਰਨਗੇ ਬਿਕੋਜ਼ ਉਹਨਾਂ ਦੇ ਐਸਟੈਬਲਿਸ਼ ਫਾਈਨੈਂਸ਼ੀਅਲਸ ਨਹੀਂ ਹੁੰਦੇ। ਤੁਸੀਂ ਦੇਖੋ ਜਿੰਨੇ ਵੀ ਇੱਕ ਸੈਲੂਨ ਇੰਡਸਟਰੀ ਜਾਂ ਬੁਟੀਕ ਇੰਡਸਟਰੀ ਹੈ, ਉਹਦੇ ਵਿੱਚ ਨਾ ਤੇ ਐਸਟੈਬਲਿਸ਼ਡ ਫਾਈਨੈਂਸ਼ੀਅਲਸ ਹੈਗੇ ਨੇ ਤੇ ਨਾ ਹੀ ਐਸਟੈਬਲਿਸ਼ਡ EMPLOYEES ਹੈਗੇ ਨੇ। ਸੋ ਉੱਥੇ ਕੰਟਰੈਕਟ ਦੇ ਉੱਤੇ ਜਾਂ ਕੈਸ਼ ਦੇ ਉੱਤੇ ਕੰਮ ਜ਼ਿਆਦਾ ਹੁੰਦਾ ਹੈਗਾ। ਇੰਟਰ ਕੰਪਨੀ ਟ੍ਰਾਂਸਫਰ ਤੋਂ ਇਲਾਵਾ ਜੇ ਆਪਾਂ ਓਪਰਚੁਨਿਟੀਜ਼ ਦੀ ਗੱਲ ਕਰੀਏ, ਕੀ ਕੋਈ ਉਹਨਾਂ ਦੇ ਲਈ ਐਗਜ਼ਿਸਟ ਕਰਦੀਆਂ ਨੇ ਇੱਥੇ? ਬਿਲਕੁਲ ਐਗਜ਼ਿਸਟ ਕਰਦੀਆਂ। ਉਹ ਓਨਰ ਆਪਰੇਟਰ ਦੇ ਵਿੱਚ ਆ ਸਕਦੇ ਨੇ। ਓਨਰ ਆਪਰੇਟਰ ਦੇ ਵਿੱਚ ਆ ਕੇ ਉਹਨਾਂ ਨੂੰ ਬਿਜ਼ਨਸ ਬਾਏ ਕਰਨਾ ਪੈਣਾ ਹੈ, ਇੱਥੇ ਬਿਜ਼ਨਸ ਐਸਟੈਬਲਿਸ਼ ਕਰਨਾ ਪੈਣਾ ਹੈ, ਉਹਦੇ ਬੇਸ ਦੇ ਉੱਤੇ ਉਹ LMI ਦੇ ਥਰੂ ਵੀਜ਼ਾ ਲੈ ਸਕਦੇ ਨੇ। ਉਹ ਇੰਟਰਾ ਕੰਪਨੀ ਨਹੀਂ ਹੋਏਗਾ। ਇੰਟਰਾ ਕੰਪਨੀ ਦੇ ਵਿੱਚ ਉਹੀ ਹੋ ਸਕਦੇ ਨੇ ਜਿਨ੍ਹਾਂ ਦਾ 3 ਸਾਲ ਦਾ ਐਸਟੈਬਲਿਸ਼ ਬਿਜ਼ਨਸ ਹੈ। ਕੈਨੇਡਾ ਵਿੱਚ ਇਸ ਟਾਈਮ ਅਸੀਂ ਦੇਖ ਰਹੇ ਹਾਂ ਕਿ ਲਗਭਗ 1 ਮਿਲੀਅਨ ਜੌਬ ਓਪਰਚੁਨਿਟੀਜ਼ ਹੈਗੀਆਂ ਨੇ, ਤੇ ਵਰਕ ਪਰਮਿਟ ਦੀ ਗੱਲ ਕੀਤੀ ਜਾਵੇ ਫੋਰਨ ਵਰਕਰਸ ਨੂੰ, ਕੀ ਹਜੇ ਉਹ ਓਪਰਚੁਨਿਟੀਜ਼ ਮਿਲ ਰਹੀਆਂ ਨੇ ਜਾਂ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਨੇ? ਤਰਨ ਹਾਲੇ ਤੱਕ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਸੀਗੀਆਂ, ਬਟ ਇਹ ਓਮਿਕਰੋਨ ਦੇ ਵੇਰੀਐਂਟ ਆਉਣ ਕਰਕੇ ਥੋੜਾ ਜਿਹਾ ਡਿਲੇ ਦੁਬਾਰਾ ਐਡ ਹੋ ਗਿਆ ਹੈਗਾ। ਬਟ ਯੈਸ ਯੂ ਆਰ ਰਾਈਟ, ਸਾਨੂੰ 1 ਮਿਲੀਅਨ ਤੋਂ ਜ਼ਿਆਦਾ ਜੌਬ ਓਪਰਚੁਨਿਟੀਜ਼ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੀਆਂ। ਐਂਡ ਜਿੰਨੇ ਵੀ ਵਿਜ਼ਟਰ ਇਸ ਟਾਈਮ ਕੈਨੇਡਾ ਆਏ ਹੋਏ ਨੇ ਉਹਨਾਂ ਵਾਸਤੇ ਕਾਫੀ ਸਾਰੀਆਂ ਓਪਨਿੰਗਸ ਹੈਗੀਆਂ, ਬਿਕੋਜ਼ ਹਾਲੇ ਵੀ ਪਬਲਿਕ ਪੋਲਿਸੀ ਐਗਜ਼ਿਸਟ ਕਰਦੀ ਹੈ ਜਿਹਦੇ ਵਿੱਚ ਉਹ ਜੇ ਉਹਨਾਂ ਨੂੰ LMIA ਮਿਲਦਾ ਹੈ ਤੇ ਉਹ PR ਵਾਸਤੇ ਕੁਆਲੀਫਾਈ, ਵਰਕ ਪਰਮਿਟ ਵਾਸਤੇ ਕੁਆਲੀਫਾਈ ਹੋ ਸਕਦੇ ਨੇ। ਸੋ ਜੇ LMIA ਤੁਹਾਨੂੰ ਮਿਲਦਾ ਹੈ, ਗ੍ਰੈਬ ਥੀਸ ਓਪਰਚੁਨਿਟੀਜ਼ ਜੇ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਹੋ। ਐਂਡ ਹੋ ਸਕਦਾ ਜੇ ਲੋਕਡਾਊਨ ਲੱਗ ਜਾਂਦਾ ਤੇ ਜਿੰਨੇ ਐਪਲੀਕੈਂਟਸ ਵਿਦਿਨ ਕੈਨੇਡਾ ਹੈਗੇ ਨੇ ਦੇ ਵੁੱਡ ਬੀ ਦਾ ਬੈਸਟ ਬੈਨੀਫੀਸ਼ੀਅਰੀ ਫॉर 2020-22। ਬਿਲਕੁਲ ਸਰ। ਤੇ ਖਾਸ ਤੌਰ ਤੇ ਜਿਹੜੇ ਸਪਾਊਸਲ ਐਪਲੀਕੇਸ਼ਨਸ ਹੈਗੀਆਂ ਨੇ, ਇਹਦੇ ਬਾਰੇ ਵੀ ਕੀ ਅਜੇ ਉਨਾ ਹੀ ਸਮਾਂ ਲੱਗ ਰਿਹਾ ਜਾਂ ਸਰਕਾਰ ਦੀ ਇਸ ਵਕਤ ਪ੍ਰਾਇੋਰਟੀ ਕਿਹੜੀਆਂ ਐਪਲੀਕੇਸ਼ਨਸ ਨੇ? ਤਰਨ ਫੈਮਿਲੀ ਜਿਹੜੀ ਯੂਨੀਫਿਕੇਸ਼ਨ ਦੇ ਉੱਤੇ ਇਸ ਟਾਈਮ ਸਰਕਾਰ ਕੰਮ ਕਰ ਰਹੀ ਸੀਗੀ। ਐਂਡ ਅਸੀਂ ਕਾਫੀ ਸਾਰੀਆਂ ਸਪਾਊਸਲ ਐਪਲੀਕੇਸ਼ਨਸ ਇਹੋ ਜਿਹੀਆਂ ਦੇਖੀਆਂ ਜਿਹੜੀਆਂ 6 ਤੋਂ 8 ਮਹੀਨਿਆਂ ਦੇ ਵਿੱਚ ਪ੍ਰੋਸੈਸ ਹੋ ਗਈਆਂ। ਐਂਡ ਤੁਹਾਨੂੰ ਯਾਦ ਹੋਏਗਾ ਜਦੋਂ ਲਾਸਟ ਟਾਈਮ ਜੂਨ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਕਿਹਾ ਸੀਗਾ ਕਿ ਮਾਈ ਪ੍ਰਾਇੋਰਟੀ ਇਜ਼ ਔਨ ਸਪਾਊਸਲ, ਬਿਕੋਜ਼ ਜਦੋਂ ਸਾਲ ਤੋਂ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋਈਆਂ ਸੀਗੀਆਂ। ਐਂਡ ਵੀ ਹੈਵ ਸੀਨ ਕਿ ਉਸ ਤੋਂ ਬਾਅਦ ਦੀਆਂ ਐਪਲੀਕੇਸ਼ਨ 6-6 8-8 ਮਹੀਨਿਆਂ ਦੇ ਵਿੱਚ ਪ੍ਰੋਸੈਸ ਹੋਈ ਹੈਗੀਆਂ। ਸੋ ਗਵਰਨਮੈਂਟ ਹੈਜ਼ ਰੀਅਲੀ ਵਰਕਡ ਔਨ ਫੈਮਿਲੀ ਰੀਯੂਨੀਫਿਕੇਸ਼ਨ। ਐਂਡ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜਾ ਐਪਲੀਕੇਸ਼ਨ ਪ੍ਰੋਸੈਸਿੰਗ ਟਾਈਮ ਹੈਗਾ ਲੈਸ ਦੈਨ 1 ਈਅਰ ਅਸੀਂ ਨਾਰਮਲੀ ਦੇਖ ਰਹੇ ਹਾਂ। ਬਿਲਕੁਲ ਸਰ। ਤੇ ਹਮੇਸ਼ਾ ਤੁਹਾਡੇ ਕੋਲ ਕੁਝ ਜੌਬ ਵੈਕੈਂਸੀਜ਼ ਹੁੰਦੀਆਂ ਨੇ, ਓਪਨਿੰਗਸ ਹੁੰਦੀਆਂ ਨੇ, ਇਸ ਵਾਰ ਹੈ ਸਾਡੇ ਦਰਸ਼ਕਾਂ ਲਈ? ਤਰਨ ਹਸਪਿਟੈਲਿਟੀ ਸੈਕਟਰ ਦੀਆਂ ਓਪਨਿੰਗ ਸਾਡੇ ਕੋਲ ਹੈਗੀਆਂ ਜੀ, ਕੁਕਸ ਦੀਆਂ, ਸ਼ੈਫਸ ਦੀਆਂ, ਸਰਵਰਸ ਦੀਆਂ ਓਪਨਿੰਗਸ ਹੈਗੀਆਂ, ਰੂਮ ਕਲੀਨਰਸ ਦੀਆਂ ਓਪਨਿੰਗਸ ਹੈਗੀਆਂ, ਫਰੰਟ ਡੈਸਕ ਕਲਰਕਸ ਦੀਆਂ ਓਪਨਿੰਗ ਹੈਗੀਆਂ, ਰੈਸਟੋਰੈਂਟ ਮੈਨੇਜਰਸ ਦੀਆਂ ਓਪਨਿੰਗਸ ਹੈਗੀਆਂ, ਜਨਰਲ ਮੈਨੇਜਰ ਹੋਟਲ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ। ਆਪਣੇ CV ਸਾਨੂੰ ਫਾਰਵਰਡ ਕਰ ਦਿਓ, ਅਸੀਂ ਤੁਹਾਡੀ ਇੰਟਰਵਿਊ ਕਰਵਾਵਾਂਗੇ। ਐਂਡ ਇੰਟਰਵਿਊ ਠੀਕ ਹੁੰਦੀ ਹੈ ਤੇ EMPLOYER ਤੁਹਾਡਾ LMIA ਪ੍ਰੋਸੈਸ ਕਰੇਗਾ, ਵਰਕ ਪਰਮਿਟ ਪ੍ਰੋਸੈਸ ਕਰੇਗਾ, ਤੁਸੀਂ ਇਵੈਂਚੁਅਲੀ ਆ ਕੇ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਲਾਸਟ ਕੁਐਸਚਨ, TR to PR ਪ੍ਰੋਗਰਾਮ ਦੁਬਾਰਾ ਆਉਣ ਦੇ ਚਾਂਸਸ ਹੈਗੇ? ਤਰਨ ਜੋ ਹਾਲਾਤ ਬਣ ਰਹੇ ਨੇ, ਜਿਸ ਤਰ੍ਹਾਂ ਵੇਰੀਐਂਟਸ ਵੱਧ ਰਹੇ ਨੇ ਐਂਡ ਕੇਸਿਸ ਵੀ ਵੱਧ ਰਹੇ ਨੇ, ਆਈ ਥਿੰਕ ਇਟ ਇਜ਼ ਅ ਪੋਸੀਬਿਲਿਟੀ। ਸੋ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਵੀ 2 ਚੀਜ਼ਾਂ ਹੈਗੀਆਂ ਜੀ ਕਿ ਜੇ ਤੁਹਾਡੀਆਂ ਡਿਗਰੀ ਅਸੈਸ ਹੋਣ ਵਾਲੀਆਂ, ਮੇਕ ਸ਼ੋਰ ਯੂ ਹੈਵ ਦ ਡਿਗਰੀਜ਼ ਅਸੈਸਡ। ਸੈਕੰਡ, ਆਈਲੈਟਸ ਤੁਹਾਡੇ ਕੋਲ ਵੈਲਿਡ ਹੋਣਾ ਚਾਹੀਦਾ ਹੈ। ਥਰਡ, ਤੁਹਾਡੇ ਕੋਲ ਪੁਲਿਸ ਕਲੀਅਰੈਂਸ ਹੋਣਾ ਚਾਹੀਦਾ ਹੈਗਾ। ਬਿਕੋਜ਼ ਜੇ ਓਪਨਿੰਗ ਆਉਂਦੀ ਹੈਗੀ, ਜਿਸ ਤਰ੍ਹਾਂ ਲਾਸਟ ਟਾਈਮ ਮਈ ਦੇ ਵਿੱਚ ਆਈ ਸੀ TR to PR ਦੀਆਂ 40,000 ਐਪਲੀਕੇਸ਼ਨ ਦੀਆਂ, ਤੁਸੀਂ ਰਾਈਟ ਅਵੇ ਐਲੀਜੀਬਲ ਹੋ ਆਪਣੀ ਐਪਲੀਕੇਸ਼ਨ ਪਾਉਣ ਵਾਸਤੇ। ਸੋ ਈਵਨ ਜਿਹੜੇ ਬੱਚੇ ਹੁਣ ਪਾਸ ਆਊਟ ਹੋਏ ਨੇ ਦਸੰਬਰ ਦੇ ਵਿੱਚ, ਦੇ ਸ਼ੁੱਡ ਬੀ ਆਲ ਸੈਟ ਫॉर दैट। ਬਿਲਕੁਲ ਸਰ। ਤੇ ਆਪਣੀ ਜ਼ਰਾ ਡਿਟੇਲਸ ਜ਼ਰੂਰ ਸਾਂਝੇ ਕਰ ਦਿਓ ਜੇ ਕੋਈ ਤੁਹਾਨੂੰ ਕੰਟੈਕਟ ਕਰਨਾ ਚਾਹੁੰਦਾ ਹੈ। ਜੀ ਤੁਸੀਂ ਇਮੀਗ੍ਰੇਸ਼ਨ ਵਾਸਤੇ ਕੁਝ ਵੀ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ICC ਇਮੀਗ੍ਰੇਸ਼ਨ ਦੇ ਸਾਨੂੰ ਕੰਟੈਕਟ ਕਰ ਸਕਦੇ ਹੋ, info@iccimmigration.ca, ਜਾਂ ਫਿਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ at 905
4612424 ਐਂਡ ਸਾਡਾ WhatsApp ਨੰਬਰ ਹੈਗਾ ਜੀ 6478509000 ਜਿੰਨੇ ਵੀ ਬਿਜ਼ਨਸਮੈਨ ਸਾਨੂੰ ਸੁਣ ਰਹੇ ਨੇ there are a lot of opportunities that can be worked out for you intra company transfer is one owner operator is another category entrepreneur program is another category startup ਇੱਕ ਇਹੋ ਜਿਹਾ ਵੀਜ਼ਾ ਜਿਹਦੇ ਵਿੱਚ ਸਟ੍ਰੇਟ ਤੁਸੀਂ PR ਆ ਸਕਦੇ ਹੋ ਸਟ੍ਰੇਟ ਇੰਡੀਆ ਤੋਂ ਹੀ PR ਆ ਸਕਦੇ ਹੋ ਵਰਕ ਪਰਮਿਟ ਦੀ ਤੁਹਾਨੂੰ ਲੋੜ ਹੀ ਨਹੀਂ ਪਏਗੀ ਸੋ ਸਾਰੀਆਂ ਚੀਜ਼ਾਂ ਵਾਸਤੇ ਆਪਣੇ ਡਿਟੇਲਸ ਸਾਡੇ ਨਾਲ ਸ਼ੇਅਰ ਕਰੋ ਐਂਡ ਯੂ ਕੈਨ ਆਲਵੇਜ਼ ਸ਼ੈਡਿਊਲ ਅ ਵਨ ਔਨ ਵਨ ਮੀਟਿੰਗ ਵਿਦ ਅਸ ਐਂਡ ਉਹਦੇ ਵਿੱਚ ਅਸੀਂ ਵੀ ਵਿਲ ਸੈਟ ਅਪ ਅ ਮੀਟਿੰਗ ਵਿਦ ਯੂ ਕਾਨਫਰੰਸ ਵਿਦ ਯੂ ਜਿਹਦੇ ਵਿੱਚ ਅਸੀਂ ਅੱਧਾ ਘੰਟਾ 15-20 ਮਿੰਟ ਅੱਧਾ ਘੰਟਾ ਤੁਹਾਡੇ ਨਾਲ ਸਪੈਂਡ ਕਰਾਂਗੇ ਐਂਡ ਵੀ ਵਿਲ ਡਿਸਕਸ ਇੰਟਾਇਰ ਥਿੰਗਸ ਕਿ ਕਿਹੜੀਆਂ ਚੀਜ਼ਾਂ ਤੁਹਾਡੇ ਵਾਸਤੇ ਪੋਸੀਬਲ ਹੈਗੀਆਂ ਐਂਡ ਕਿਸ ਤਰ੍ਹਾਂ ਪੋਸੀਬਲ ਹੈਗੀ ਉਹ ਪੇਡ ਕੰਸਲਟੇਸ਼ਨ ਲੈਣ ਵਾਸਤੇ ਤੁਸੀਂ ਸਾਨੂੰ ਆਫਿਸ ਦੇ ਵਿੱਚ ਜਾਂ ਸਾਨੂੰ ਵੈਬਸਾਈਟ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਸੋ ਵਾਂਸ ਅਗੇਨ iccimmigration.ca ਸਾਡੀ ਵੈਬਸਾਈਟ ਹੈਗੀ ਹੈ info@iccimmigration ਸਾਡਾ ਈਮੇਲ ਆਈਡੀ ਹੈਗਾ ਐਂਡ ਫੋਨ ਨੰਬਰ ਹੈਗਾ ਜੀ 9054612424 ਐਂਡ WhatsApp ਨੰਬਰ ਹੈਗਾ 6478509000 ਸਰ ਪੈਂਡੈਮਿਕ ਦੇ ਚਲਦਿਆਂ ਜਿਵੇਂ ਰਿਸਟ੍ਰਿਕਸ਼ਨਸ ਲੱਗੀਆਂ ਇਨ ਪਰਸਨ ਮੀਟਿੰਗ ਵਗੈਰਾ ਚ ਤੁਹਾਡਾ ਕੋਈ ਚੇਂਜਸ ਤਾਂ ਨਹੀਂ ਆਏ ਬਿਲਕੁਲ ਆਏ ਨੇ ਤਰਨ ਜੀ ਇਸ ਟਾਈਮ ਤੇ ਬਿਕੋਜ਼ ਜਿਸ ਤਰ੍ਹਾਂ ਹਾਲਾਤ ਬਣਦੇ ਜਾ ਰਹੇ ਨੇ ਅਸੀਂ ਅਪਾਇੰਟਮੈਂਟ ਦੇ ਨਾਲ ਹੀ ਮਿਲਦੇ ਹਾਂ ਐਂਡ ਵੀ ਮੇਕ ਸ਼ੋਰ ਕਿ ਜਿਹੜੀ ਚੀਜ਼ਾਂ ਫੋਨ ਤੇ ਜਾਂ ਓਵਰ ਦਾ ਵੀਡੀਓ ਕਾਨਫਰੰਸ ਤੇ ਹੋ ਸਕਦੀਆਂ ਹੈਗੀਆਂ ਉਹ ਉਦਾਂ ਹੀ ਹੋ ਜਾਣ ਬਿਲਕੁਲ ਸਰ ਥੈਂਕ ਯੂ ਸੋ ਮਚ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ ਤੇ ਜਾਣਕਾਰੀ ਦਿੱਤੀ ਹੈ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ ਇਟ ਇਜ਼ ਆਲਵੇਜ਼ ਅ ਪਲੇਜ਼ਰ ਸੋ ਦੋਸਤੋ ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਸੋ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਲਾਹ ਚਾਹੀਦੀ ਹੈ ਤੁਹਾਨੂੰ 2022 ਚੜ ਚੁੱਕਿਆ ਕੀ ਨਵੀਆਂ ਚੇਂਜਸ ਆਈਆਂ ਨੇ ਜਾਂ ਆਪਣੀ ਐਪਲੀਕੇਸ਼ਨ ਦੇ ਬਾਰੇ ਵਿੱਚ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤੁਸੀਂ ICC ਨਾਲ ਕੰਟੈਕਟ ਕਰ ਸਕਦੇ ਹੋ ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਦਿਓ ਇਜਾਜ਼ਤ ਦੇਖਦੇ ਰਹੋ ਹਮਦਰਦ ਟੀਵੀ ਸਤਿ ਸ਼੍ਰੀ ਅਕਾਲ